ਸਭ ਤੋਂ ਪਹਿਲਾਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਮੈਂ ਦਲਜੀਤ ਕੌਰ, ਵੋਕੇਸ਼ਨਲ ਮਿਸਟਰਸ, ਇੰਪੋਰਟ ਐਕਸਪੋਰਟ ਮੈਨੇਜਮੈਂਟ ਟ੍ਰੇਡ ਦੇ ਅਧੀਨ। ਅੱਜ ਅਸੀਂ ਸਬਜੈਕਟ ਇੰਪੋਰਟ ਮੈਨੇਜਮੈਂਟ ਦਾ 7ਵਾਂ ਟੌਪਿਕ ਸੈਟਿੰਗ ਅਪ ਐਨ ਐਪਰੋਪ੍ਰੀਏਟ ਬਿਜ਼ਨਸ ਆਰਗੇਨਾਈਜੇਸ਼ਨ ਭਾਵ ਢੁਕਵਾਂ ਨਵਾਂ ਵਪਾਰਕ ਸੰਗਠਨ ਬਣਾਉਣਾ, ਇਹ ਟੌਪਿਕ ਕਰਨ ਜਾ ਰਹੇ ਹਾਂ। ਦੇਖੋ ਬੇਟਾ, ਜਦੋਂ ਅਸੀਂ ਕੋਈ ਵੀ ਚੀਜ਼ਾਂ ਖਰੀਦਾਂਗੇ ਕਿਸੇ ਦੇਸ਼ ਦੇ ਕੋਲੋਂ, ਤੇ ਉਹ ਜਿਹੜੀਆਂ ਚੀਜ਼ਾਂ ਕਿਸ ਪਤੇ ਤੇ ਆਉਣਗੀਆਂ ਤੇ ਕਿਸ ਕੰਪਨੀ ਜਾਂ ਕਿਸ ਵਿਅਕਤੀ ਕੋਲ ਪਹੁੰਚਣਗੀਆਂ, ਇਹ ਜਿਹੜਾ ਮੇਨ ਕੁਐਸਚਨ ਆ। ਤੇ ਉਹਦੇ ਲਈ ਸਾਨੂੰ ਆਪਣੀ ਆਇਡੈਂਟੀਟੀ ਦੱਸਣਾ ਤੇ ਬਣਾਉਣਾ ਬਹੁਤ ਜ਼ਰੂਰੀ ਹੈ। ਜਿਵੇਂ ਸਾਡੇ ਬਿਜ਼ਨਸ ਆਰਗੇਨਾਈਜੇਸ਼ਨ ਦਾ ਕੀ ਨਾਂ ਹੋਏਗਾ, ਇੱਕ ਸਾਡੀ ਸੰਸਥਾ ਜਿਹੜੀ ਆ ਉਹਦਾ ਕੀ ਨਾਂ ਹੋਏਗਾ, ਕਿਹੜਾ ਉਹਦਾ ਪਤਾ ਹੋਏਗਾ ਜਿਸ ਤੇ ਉਹ ਚੀਜ਼ਾਂ ਸਾਡੇ ਤੱਕ ਪਹੁੰਚਣਗੀਆਂ, ਜਿਸ ਪਤੇ ਤੇ। ਸੋ ਇਸ ਲਈ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਸੈਟਅਪ ਕਰਨਾ ਇੱਕ ਬੇਸਿਕ ਜਿਹੜਾ ਉਹ ਸਟੈਪ ਹੈਗਾ ਆ ਇੰਪੋਰਟ ਮੈਨੇਜਮੈਂਟ ਦਾ। ਸੈਟਿੰਗ ਅਪ ਐਨ ਐਪਰੋਪ੍ਰੀਏਟ ਬਿਜ਼ਨਸ ਆਰਗੇਨਾਈਜੇਸ਼ਨ, ਢੁਕਵਾਂ ਨਵਾਂ ਵਪਾਰਿਕ ਸੰਗਠਨ ਬਣਾਉਣਾ। ਇੱਕ ਵਪਾਰਿਕ ਉੱਦਮ ਇੱਕ ਸੰਸਥਾਨਕ ਪ੍ਰਬੰਧ ਹੈ ਜਿਸ ਨਾਲ ਕਿਸੇ ਵੀ ਪ੍ਰਕਾਰ ਦੀ ਵਪਾਰਕ ਕਿਰਿਆ ਨੂੰ ਕੀਤਾ ਜਾਂਦਾ ਹੈ। ਵਪਾਰਕ ਕਿਰਿਆਵਾਂ ਨੂੰ ਉਚਿਤ ਰੂਪ ਵਿੱਚ ਸੰਗਠਿਤ ਕਰਨਾ ਅਤੀ ਜ਼ਰੂਰੀ ਹੁੰਦਾ ਹੈ। ਦੇਖੋ, ਜਿਹੜੀਆਂ ਸਾਰੀਆਂ ਵਪਾਰਕ ਕਿਰਿਆਵਾਂ ਆ ਉਹਨਾਂ ਨੂੰ ਸੰਗਠਿਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਮਤਲਬ ਜੇ ਸਾਡੀ ਕੋਈ ਸੰਸਥਾ ਆ, ਸਾਡਾ ਕੋਈ ਆਰਗੇਨਾਈਜੇਸ਼ਨ ਆ, ਸਾਡੀ ਕੋਈ ਹੋਂਦ ਆ, ਤਦ ਹੀ ਅਸੀਂ ਉਹ ਸਾਰੀਆਂ ਕਿਰਿਆਵਾਂ ਕਰ ਸਕਾਂਗੇ ਜਿਹੜੀਆਂ ਵਪਾਰ ਦੇ ਵਿੱਚ ਅਸੀਂ ਕਰਦੇ ਹਾਂ। ਠੀਕ ਹੈ। L.H. ਹੈਨਰੀ ਅਨੁਸਾਰ ਵਪਾਰਕ ਸੰਗਠਨ ਦੇ ਰੂਪ ਨੂੰ ਮਜ਼ਬੂਤ ਬਣਾਉਣਾ, ਲੰਬੇ ਸਮੇਂ ਤੱਕ ਚੱਲਣਯੋਗ ਰੱਖਣਾ, ਛੋਟੀਆਂ-ਛੋਟੀਆਂ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਇਸ ਨੂੰ ਸਥਿਰ ਰੱਖਣਾ। ਮਤਲਬ ਇੱਕ ਜਿਹੜਾ ਸਾਡਾ ਸੰਗਠਨ ਆ ਉਹਦੇ ਰੂਪ ਨੂੰ ਮਜ਼ਬੂਤ ਰੱਖਣਾ, ਮਤਲਬ ਉਸ ਦੀ ਜਿਹੜੀ ਹੋਂਦ ਆ ਉਹਨੂੰ ਬਣਾਏ ਰੱਖਣਾ, ਲੰਬੇ ਸਮੇਂ ਤੱਕ ਚੱਲਣਯੋਗ ਰੱਖਣਾ। ਮਤਲਬ ਇੱਦਾਂ ਨਹੀਂ ਕਿ ਅਸੀਂ ਕੰਮ ਸ਼ੁਰੂ ਕੀਤਾ ਤਾਂ ਉਹ ਵਧੀਆ ਨਾ ਚੱਲੇ ਤੇ ਖਤਮ ਹੋ ਜਾਵੇ। ਮਤਲਬ ਇੱਕ ਪੂਰੀ ਵਧੀਆ ਪਲੈਨਿੰਗ ਨਾਲ ਕਰਨਾ ਤਾਂ ਜੋ ਜਿਹੜਾ ਸਾਡਾ ਕੰਮ ਆ ਉਹ ਲੰਬੇ ਸਮੇਂ ਤੱਕ ਚੱਲੇ। ਛੋਟੀਆਂ-ਛੋਟੀਆਂ ਕਠਿਨਾਈਆਂ ਜਿਹੜੀਆਂ ਸਾਡੇ ਰਸਤੇ 'ਚ ਆਉਣਗੀਆਂ ਉਹਨਾਂ ਦਾ ਸਾਹਮਣਾ ਕਰਦੇ ਹੋਏ ਇਸ ਨੂੰ ਸਥਿਰ ਰੱਖਣਾ, ਮਤਲਬ ਇਹਨੂੰ ਮਜ਼ਬੂਤੀ ਨਾਲ ਬਣਾਈ ਰੱਖਣਾ। ਇਹ ਜਿਹੜਾ ਇੱਕ ਵਪਾਰਕ ਸੰਗਠਨ ਦੀ ਇਹ ਜਿਹੜੀ ਆ ਇੱਕ ਡੈਫੀਨੇਸ਼ਨ ਆ, ਜਿਹੜੀ ਇਹ ਯੈਲੋ ਆ ਤੁਸੀਂ ਦੇਖ ਰਹੇ ਆ ਸਕਰੀਨ ਤੇ, ਇਹ ਤੁਸੀਂ ਐਜ਼ ਇਟ ਇਜ਼ ਯਾਦ ਕਰਨੀ ਔਰ ਕਾਪੀ 'ਚ ਐਜ਼ ਇਟ ਇਜ਼ ਲਿਖਣੀ ਹੈ। ਸੰਗਠਨ ਦੇ ਰੂਪ ਦੀ ਚੋਣ ਕਰਦੇ ਸਮੇਂ ਫੰਡਾਂ ਦੀ ਲੋੜ ਅਤੇ ਪ੍ਰਬੰਧਕੀ ਜ਼ਰੂਰਤਾਂ, ਵਰਤਮਾਨ ਅਤੇ ਭਵਿੱਖ ਯੋਜਨਾਵਾਂ ਨੂੰ ਦਿਮਾਗ ਵਿੱਚ ਰੱਖਣਾ ਚਾਹੀਦਾ ਹੈ। ਜਦੋਂ ਦੋ ਜਾਂ ਦੋ ਤੋਂ ਵੱਧ ਵਿਅਕਤੀ ਇੱਕ ਉਦੇਸ਼ ਨੂੰ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਦੇ ਹਨ ਤਾਂ ਉਹਨਾਂ ਵਿੱਚ ਕਿਰਤ ਦੀ ਵੰਡ ਹੁੰਦੀ ਹੈ। ਇਹ ਸੰਗਠਨ ਦੀ ਸ਼ੁਰੂਆਤ ਹੁੰਦੀ ਹੈ। ਇੱਕ ਕਾਰੋਬਾਰ ਦੇ ਮੁੱਖ ਤੇ ਹੋਰ ਸੰਬੰਧਿਤ ਉਦੇਸ਼ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਦੇਖੋ ਬੱਚੇ, ਜਦੋਂ ਅਸੀਂ ਕੋਈ ਵੀ ਆਰਗੇਨਾਈਜੇਸ਼ਨ ਜਿਹੜਾ ਸ਼ੁਰੂ ਕਰਨਾ ਆ, ਆਰਗੇਨਾਈਜੇਸ਼ਨ ਸੰਗਠਨ ਦੇ ਰੂਪ ਦੀ ਚੋਣ ਕਰਦੇ ਆ, ਉਸ ਸਮੇਂ ਸਾਨੂੰ ਸਭ ਤੋਂ ਪਹਿਲੀ ਜ਼ਰੂਰਤ ਹੁੰਦੀ ਹੈ ਫੰਡ, ਮਤਲਬ ਪੈਸਾ, ਤੇ ਹੋਰ ਜਿਹੜੇ ਪ੍ਰਬੰਧਕੀ ਜ਼ਰੂਰਤਾਂ ਸਾਡੀਆਂ, ਜਿਵੇਂ ਕਿਹੜੇ ਸਾਡੇ ਕੋਲ ਵਰਕਰ ਹੋਣਗੇ, ਕਿਹੜਾ ਰॉ ਮਟੀਰੀਅਲ ਅਸੀਂ ਵਰਤਾਂਗੇ ਚੀਜ਼ਾਂ ਨੂੰ ਬਣਾਉਣ ਲਈ, ਉਹ ਸਾਰੀਆਂ ਸਾਡੀਆਂ ਪ੍ਰਬੰਧਕੀ ਜ਼ਰੂਰਤਾਂ ਆ। ਤੇ ਵਰਤਮਾਨ ਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਵੀ ਦਿਮਾਗ 'ਚ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਆਰਗੇਨਾਈਜੇਸ਼ਨ ਸੈਟਅਪ ਕਰਨੀ ਆ। ਜਦੋਂ ਦੋ ਜਾਂ ਦੋ ਤੋਂ ਵੱਧ ਵਿਅਕਤੀ ਮਿਲ ਕੇ ਇੱਕ ਸਾਂਝੇ ਉਦੇਸ਼ ਨੂੰ ਪੂਰਾ ਕਰਦੇ ਆ, ਦੇਖੋ ਮੰਨ ਲਓ ਦੋ ਵਿਅਕਤੀ ਆ, ਉਹ ਆਪਸ 'ਚ ਰਲ ਕੇ ਇੱਕ ਕੰਮ ਸ਼ੁਰੂ ਕਰਨ ਲੱਗੇ ਆ, ਪਰ ਉਹਨਾਂ ਦਾ ਉਦੇਸ਼ ਇੱਕ ਹੀ ਆ ਦੋਨਾਂ ਦਾ। ਤੇ ਜਦੋਂ ਅਸੀਂ ਮਿਲ ਕੇ ਕੰਮ ਕਰਦੇ ਆ ਤਾਂ ਉਹਨਾਂ ਵਿੱਚ ਜਿਹੜੇ ਉਹ ਦੋ ਵਿਅਕਤੀ ਆ, ਜਿਹੜਾ ਦੋ ਜਾਂ ਦੋ ਤੋਂ ਵੱਧ ਵੀ ਹੋ ਸਕਦੇ ਆ, ਇਹ ਕੋਈ ਸ਼ਰਤ ਨਹੀਂ ਹੈ ਕਿ ਦੋ ਹੀ ਹੋਣਗੇ, ਤੇ ਉਹਨਾਂ ਦੇ ਵਿੱਚ ਜਿਹੜੀ ਕਿਰਤ ਦੀ ਵੰਡ ਹੁੰਦੀ ਹੈ, ਮਤਲਬ ਜਿਹੜਾ ਵੀ ਉਹ ਕੰਮ ਕਰਨਗੇ, ਜਿਹੜੇ ਉੱਥੋਂ ਪ੍ਰੋਫਿਟਸ ਹੋਣਗੇ ਉਹਨਾਂ ਨੂੰ ਉਹ ਆਪਸ 'ਚ ਵੰਡ ਲੈਣਗੇ। ਇਹ ਸੰਗਠਨ ਦੀ ਸ਼ੁਰੂਆਤ ਹੁੰਦੀ ਹੈ। ਇੱਕ ਕਾਰੋਬਾਰ ਦੇ ਮੁੱਖ ਤੇ ਹੋਰ ਸੰਬੰਧਿਤ ਉਦੇਸ਼ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਵਪਾਰਕ ਸੰਗਠਨ ਦੇ ਰੂਪ: ਇੱਕ ਮਲਕੀਅਤ, ਸਾਂਝੇਦਾਰੀ, ਹਿੰਦੂ ਅਵਿਭਾਜਿਤ ਪਰਿਵਾਰ,
ਸਹਾਇਕ ਸੰਪत्ति, ਸਾਂਝੀ ਪੂੰਜੀ ਕੰਪਨੀ। ਦੇਖੋ ਇਹ ਇੱਕ ਵਪਾਰਕ ਸੰਗਠਨ ਦੀਆਂ ਟਾਈਪਸ ਆ ਕਿ ਕਿਸ ਟਾਈਪ ਦਾ ਜਿਹੜਾ ਵਪਾਰਕ ਸੰਗਠਨ ਆ ਹੋ ਸਕਦਾ। ਜਿਵੇਂ ਇੱਕ ਮਲਕੀਅਤ ਆ, ਇੱਕ ਇਕੱਲਾ ਬੰਦਾ ਉਹਦਾ ਹੀ ਬਿਜ਼ਨਸ ਯੂਨਿਟ ਆ, ਉਹਦਾ ਕੋਈ ਉਹਦੇ ਵਿੱਚ ਪਾਰਟਨਰ ਨਹੀਂ ਆ। ਸਾਂਝੇਦਾਰੀ ਮਤਲਬ 2 ਜਾਂ 2 ਤੋਂ ਵੱਧ ਜਿਹੜੇ ਵਿਅਕਤੀ ਆ ਉਹ ਰਲ ਕੇ ਬਿਜ਼ਨਸ ਜਿਹੜਾ ਸ਼ੁਰੂ ਕਰਨ ਜਾ ਰਹੇ ਆ। ਹਿੰਦੂ ਅਵਿਭਾਜਿਤ ਪਰਿਵਾਰ ਆ। ਸਹਾਇਕ ਸੰਪत्ति ਆ, ਸੰਪत्ति ਦੇ ਸਹਾਇਕ ਆ। ਸਾਂਝੀ ਪੂੰਜੀ ਕੰਪਨੀ ਆ, ਮਤਲਬ ਉਹਦੇ ਵਿੱਚ ਜਿਹੜੀ ਪੂੰਜੀ ਲੱਗੀ ਆ ਕੰਪਨੀ ਦੇ ਵਿੱਚ ਉਹ ਸਾਂਝੀ ਆ। ਮਤਲਬ ਇਹ ਜਿਹੜੀਆਂ ਟਾਈਪਸ ਆ, ਇਹ ਨਾ 5 ਟਾਈਪਸ ਦੇ ਆਰਗੇਨਾਈਜੇਸ਼ਨ ਜਿਹੜੇ ਆ ਉਹ ਹੋ ਸਕਦੇ। ਇਹਨਾਂ ਵਿੱਚੋਂ ਕੋਈ ਵੀ ਜਿਹੜਾ ਅਸੀਂ ਆਰਗੇਨਾਈਜੇਸ਼ਨ ਰਨ ਕਰਨ ਜਾ ਰਹੇ ਆ ਉਹ ਇਹਨਾਂ ਵਿੱਚੋਂ ਕੋਈ ਇੱਕ ਟਾਈਪ ਹੋ ਸਕਦੀ ਆ। ਸਟਾਰਟਿੰਗ ਨਿਊ ਬਿਜ਼ਨਸ, ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨਾ। ਇਹ ਕੀ ਹੁੰਦਾ? ਜਦੋਂ ਅਸੀਂ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨਾ, ਇਹਨੂੰ ਅਸੀਂ ਕਿਵੇਂ ਸਮਝਾਂਗੇ? ਮੈਂ ਪੜ੍ਹਦੀ ਹਾਂ। ਕਾਰੋਬਾਰ ਦੀ ਸੋਚ ਪੈਦਾ ਹੋਣ 'ਤੇ ਇੱਕ ਉੱਦਮੀ ਜ਼ਰੂਰੀ ਕਦਮ ਲੈਂਦਾ ਹੈ ਅਤੇ ਵੱਖ-ਵੱਖ ਸਰੋਤ ਜਿਵੇਂ ਮਨੁੱਖ, ਸਮੱਗਰੀ, ਮਸ਼ੀਨਰੀ ਅਤੇ ਵਿਧੀਆਂ ਵਿੱਚ ਤਾਲਮੇਲ ਕਰਕੇ ਢਾਂਚਾ ਖੜ੍ਹਾ ਕਰਦਾ ਹੈ। ਪਰ ਨਵੇਂ ਕਾਰੋਬਾਰ ਦੀ ਸਫਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਨਵੇਂ ਕਾਰੋਬਾਰ ਦੀਆਂ ਮੁਸ਼ਕਲਾਂ ਨੂੰ ਕਿਵੇਂ ਨਜਿੱਠਣਾ ਹੈ। ਕਹਿੰਦਾ ਜਦੋਂ ਕੋਈ ਵੀ ਬੰਦਾ ਜਿਹੜਾ ਵਿਅਕਤੀ ਆ ਉਹਨੂੰ ਅਸੀਂ ਉੱਦਮੀ ਕਹਿੰਦੇ ਹਾਂ। ਤੁਹਾਨੂੰ ਪਹਿਲਾਂ ਵੀ ਅਸੀਂ ਪਿਛਲੇ ਸਾਲ ਵੀ ਪੜ੍ਹਿਆ। ਜਦੋਂ ਕੋਈ ਉੱਦਮੀ ਇਹ ਕਦਮ ਚੱਕਦਾ ਆ ਕਿ ਉਹ ਆਪਣਾ ਇੱਕ ਆਰਗੇਨਾਈਜੇਸ਼ਨ, ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਸੋਚ ਰਿਹਾ ਜਾਂ ਸ਼ੁਰੂ ਕਰਨ ਜਾ ਰਿਹਾ, ਤਾਂ ਵੱਖ-ਵੱਖ ਸਰੋਤ ਜਿਹੜੇ ਆ ਉਹਨੂੰ ਇਸ ਕੰਮ ਵਿੱਚ ਚਾਹੀਦੇ ਆ। ਜਿਵੇਂ ਮਨੁੱਖ, ਜਿਹੜੇ ਉਸ ਆਰਗੇਨਾਈਜੇਸ਼ਨ 'ਚ ਕੰਮ ਕਰਨ ਵਾਲੇ ਇੰਪਲੋਈਜ਼ ਆ, ਉਹ ਮਨੁੱਖ ਆ ਗਏ। ਸਮੱਗਰੀ, ਜਿਹੜੀ ਉਹਨਾਂ ਨੂੰ ਚੀਜ਼ਾਂ ਦੀ ਜ਼ਰੂਰਤ ਆ, ਉਹ ਸਾਰਾ ਸਮੱਗਰੀ। ਮਸ਼ੀਨਰੀ ਅਸੀਂ ਕਿਹੜੀਆਂ ਮਸ਼ੀਨਾਂ ਲਾਵਾਂਗੇ ਜਿਹਨਾਂ ਤੋਂ ਅਸੀਂ ਕੰਮ ਲਵਾਂਗੇ। ਵਿਧੀਆਂ ਮਤਲਬ ਕੀ ਪ੍ਰੋਸੀਜਰਸ ਅਸੀਂ ਫੋਲੋ ਕਰਾਂਗੇ। ਤਾਲਮੇਲ, ਅਤੇ ਇਹਨਾਂ ਸਭ ਵਿੱਚ ਜਿਹੜੇ ਵੱਖਰੇ ਵੱਖਰੇ ਢਾਂਚੇ ਹੁੰਦੇ ਆ, ਇੱਕ ਆਰਗੇਨਾਈਜੇਸ਼ਨ ਦੇ ਵਿੱਚ ਵੱਖਰੇ ਵੱਖਰੇ ਯੂਨਿਟ ਹੁੰਦੇ ਆ, ਉਹਨਾਂ ਦੇ ਵਿੱਚ ਆਪਸੀ ਤਾਲਮੇਲ, ਇਹ ਜਿਹੜੇ ਮੁੱਖ ਤੱਤ ਆ ਜਿਹੜੇ ਇੱਕ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਬਹੁਤ ਜ਼ਰੂਰੀ ਆ। ਪਰ ਨਵੇਂ ਕਾਰੋਬਾਰ ਦੀ ਸਫਲਤਾ ਇਸ ਗੱਲ 'ਤੇ ਨਿਰਭਰ ਕਰਦੀ ਆ ਕਿ ਕਾਰੋਬਾਰ ਦੀਆਂ ਮੁਸ਼ਕਲਾਂ ਨੂੰ ਕਿਵੇਂ ਨਜਿੱਠਣਾ। ਹੁਣ ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਸਾਡੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ। ਇਹ ਕੰਮ ਕਿੱਦਾਂ ਕਰਾਂਗੇ, ਉਹ ਕੰਮ ਕਿੱਦਾਂ ਕਰਾਂਗੇ, ਇੰਪਲੋਈਜ਼ ਕਿੱਥੋਂ ਲਵਾਂਗੇ, ਸਮੱਗਰੀ ਕਿੱਥੋਂ ਖਰੀਦਾਂਗੇ, ਮਸ਼ੀਨਾਂ ਕਿੱਥੋਂ ਖਰੀਦਾਂਗੇ, ਕਿਵੇਂ ਸੈਟਅਪ ਹੋਏਗੀ। ਸੋ ਬਹੁਤ ਸਾਰੀਆਂ ਕਠਿਨਾਈਆਂ ਹੈਗੀਆਂ। ਜੇ ਅਸੀਂ ਮਸ਼ੀਨਾਂ ਖਰੀਦ ਲਈਆਂ, ਉਹਨੂੰ ਆਪਣੀ ਕੰਪਨੀ ਤੱਕ ਪਹੁੰਚਾਉਣਾ, ਢੋਆ ਢੁਆਈ, ਉਹਦੀ ਸੁਰੱਖਿਆ, ਬਹੁਤ ਸਾਰੇ ਫੈਕਟਰਸ ਆ ਜਿਹੜੇ ਇਹਦੇ ਵਿੱਚ ਆਉਂਦੇ ਆ। ਅਤੇ ਉਹਨਾਂ ਮੁਸ਼ਕਲਾਂ ਨੂੰ ਵਧੀਆ ਤਰੀਕੇ ਨਜਿੱਠਣਾ ਹੀ ਮੈਨੇਜਮੈਂਟ ਆ। ਉਹੀ ਇੱਕ ਵਧੀਆ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਮੇਨ ਜਿਹੜੀ ਆ ਉਹਦੇ 'ਤੇ ਸਾਨੂੰ ਕੌਨਸਨਟਰੇਟ ਕਰਨਾ ਪਵੇਗਾ। ਫੈਕਟਰਸ ਟੂ ਬੀ ਕੰਸੀਡਰ ਫॉर ਸਟਾਰਟਿੰਗ ਬਿਜ਼ਨਸ। ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨ ਵੇਲੇ ਵਿਚਾਰੇ ਜਾਣ ਵਾਲੇ ਤੱਤ। ਨੰਬਰ 1, ਵਸਤੂ ਵਿਸ਼ਲੇਸ਼ਣ ਤੇ ਮਾਰਕੀਟ ਦਾ ਸਰਵੇਖਣ। ਪ੍ਰੋਡਕਟ ਐਨਾਲਿਸਿਸ ਅਤੇ ਮਾਰਕੀਟ ਸਰਵੇ, ਇਹਨੂੰ ਅਸੀਂ ਕਹਿੰਦੇ ਹਾਂ। ਸਭ ਤੋਂ ਪਹਿਲਾਂ ਮਹੱਤਵਪੂਰਨ ਤੱਤ ਜਿਸ 'ਤੇ ਸੋਚਣ ਦੀ ਲੋੜ ਹੈ ਉਹ ਹੈ ਵਸਤੂਆਂ ਦਾ ਵਿਸ਼ਲੇਸ਼ਣ ਅਤੇ ਮਾਰਕੀਟ ਵਿੱਚ ਉਸ ਵਸਤੂ ਬਾਰੇ ਗ੍ਰਾਹਕ ਦਾ ਦ੍ਰਿਸ਼ਟੀਕੋਣ। ਸਮਾਨ ਦੀ ਮੰਗ ਦਾ ਸਰਵੇ ਕਰਨਾ ਜ਼ਰੂਰੀ ਹੈ। ਮੰਗ ਦੀ ਪ੍ਰਕਿਰਤੀ ਬਾਰੇ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ। ਕੀ ਸਮਾਨ ਦੀ ਮੰਗ ਦੀ ਪ੍ਰਕਿਰਤੀ ਲਚਕਦਾਰ ਹੈ ਜਾਂ ਸਥਿਰ ਹੈ? ਵਸਤੂ ਦੇ ਮੁਕਾਬਲੇ ਦੀ ਸੰਭਾਵਨਾ ਤੇ ਹੱਦ ਬਾਰੇ ਪਤਾ ਕਰਨਾ ਬਹੁਤ ਜ਼ਰੂਰੀ ਹੈ। ਦੇਖੋ, ਜਦੋਂ ਅਸੀਂ ਕੋਈ ਵੀ ਪ੍ਰੋਡਕਟ ਆਪਣਾ ਲਾਂਚ ਕਰਨਾ ਮਾਰਕੀਟ ਦੇ ਵਿੱਚ, ਅਸੀਂ ਕੁਛ ਪ੍ਰੋਡਕਟ ਦੀ ਜੇ ਪ੍ਰੋਡਕਸ਼ਨ ਕਰਨੀ ਆ, ਸਾਨੂੰ ਮਾਰਕੀਟ ਦਾ ਜਾਇਜ਼ਾ ਲੈਣਾ ਪਏਗਾ, ਮਾਰਕੀਟ ਦਾ ਵਿਸ਼ਲੇਸ਼ਣ ਕਰਨਾ ਪਏਗਾ ਕਿ ਮਾਰਕੀਟ ਵਿੱਚ ਕੀ ਵਾਕਈ ਉਸ ਪ੍ਰੋਡਕਟ ਦੀ ਜ਼ਰੂਰਤ ਹੈ। ਉਸ ਪ੍ਰੋਡਕਟ ਨੂੰ ਵੇਚਣ ਵਾਲੇ ਪਹਿਲਾਂ ਕਿੰਨੇ ਲੋਕ ਮਾਰਕੀਟ ਦੇ ਵਿੱਚ ਬੈਠੇ ਆ ਤੇ ਕਿੰਨੇ ਗਾਹਕ ਹੋਣਗੇ, ਤੇ ਗਾਹਕ ਦਾ ਕੀ ਦ੍ਰਿਸ਼ਟੀਕੋਣ ਆ, ਉਹ ਕੀ ਸੋਚਦੇ ਆ ਕਿ ਉਸ ਪ੍ਰੋਡਕਟ ਦੀਆਂ ਕੀ ਫੀਚਰਸ ਹੋਣ, ਕੀ ਚੀਜ਼ ਉਹਨਾਂ ਨੂੰ ਚਾਹੀਦੀ ਹੈ। ਜਿਹੜਾ ਅਸੀਂ ਉਹੀ ਫੀਚਰਸ ਅਸੀਂ ਜੋ ਗ੍ਰਾਹਕਾਂ ਦਾ ਜਿਹੜਾ ਦ੍ਰਿਸ਼ਟੀਕੋਣ ਆ ਉਹਨੂੰ ਦੇਖ ਕੇ ਹੀ ਅਸੀਂ ਆਪਣੇ ਪ੍ਰੋਡਕਟ ਦੇ ਫੀਚਰ ਜਿਹੜੇ ਉਹ ਬਣਾਈਏ। ਕਿ ਉਸ ਜਿਹੜਾ ਪ੍ਰੋਡਕਟ ਅਸੀਂ ਬਣਾਉਣ ਜਾ ਰਹੇ ਹਾਂ, ਪ੍ਰੋਡਿਊਸ ਕਰਨ ਜਾ ਰਹੇ ਹਾਂ, ਉਹਦੀ ਮੰਗ ਹੈ, ਲੋਕਾਂ ਨੂੰ ਉਹਦੀ ਜ਼ਰੂਰਤ ਹੈ। ਜੇ ਮੰਗ ਦੀ ਮਤਲਬ ਉਸ ਪ੍ਰੋਡਕਟ ਦੀ ਮਾਰਕੀਟ ਦੇ ਵਿੱਚ ਮੰਗ ਆ, ਤੇ ਮੰਗ ਦੀ ਪ੍ਰਕਿਰਤੀ ਬਾਰੇ ਵੀ ਵਿਸ਼ਲੇਸ਼ਣ ਕਰਨਾ ਕਿ ਕਿਹੜਾ ਬੰਦਾ ਕੀ ਮੰਗਾ,
ਇੱਦਾਂ ਨਹੀਂ ਹੁੰਦਾ ਕਿ ਸਾਰੇ ਬੰਦੇ ਸੇਮ ਹੀ ਚੀਜ਼ ਮੰਗਣ। ਕੋਈ ਕਿਸੇ ਦੀ ਸੋਚ ਕਿਸ ਤਰੀਕੇ ਦੀ, ਕਿਸੇ ਦੀ ਸੋਚ, ਅਸੀਂ ਮੰਗ ਦਾ ਵਿਸ਼ਲੇਸ਼ਣ ਕਰਨਾ ਕਿ ਬੇਸਿਕਲੀ ਲੋਕ ਕਿੱਦਾਂ ਦਾ ਪ੍ਰੋਡਕਟ ਚਾਹੁੰਦੇ ਆ। ਤੇ ਦੂਸਰਾ ਹੈ ਆਕਾਰ, ਮਤਲਬ ਜਿਹੜਾ ਅਸੀਂ ਫਿਰ ਉਦਮੀ ਦੇ ਕਾਰੋਬਾਰ ਦੇ ਆਕਾਰ ਬਾਰੇ ਫੈਸਲਾ ਲੈਣਾ ਹੁੰਦਾ ਹੈ। ਉਦਮੀ ਨੂੰ ਕਾਰੋਬਾਰ ਦਾ ਉਹ ਆਕਾਰ ਚੁਣਨਾ ਚਾਹੀਦਾ ਹੈ ਜਿਸ ਤੇ ਲਾਗਤ ਘੱਟ ਤੋਂ ਘੱਟ ਆਵੇ ਤੇ ਆਕਾਰ ਲਈ ਕੁਝ ਹੋਰ ਤੱਤ ਵਿਚਾਰਨੇ ਵੀ ਜ਼ਰੂਰੀ ਹਨ, ਜਿਵੇਂ ਤਕਨੀਕੀ, ਪ੍ਰਬੰਧਕੀ, ਮੰਡੀਕਰਨ ਤੇ ਵਿੱਤੀ ਸਹੂਲਤਾਂ ਆਦਿ ਬਾਰੇ ਪੂਰਾ ਪਤਾ ਕਰਨਾ ਜ਼ਰੂਰੀ ਹੈ। ਮਤਲਬ ਹੁਣ ਜਿਹੜਾ ਅਸੀਂ ਆਰਗੇਨਾਈਜੇਸ਼ਨ ਸੈਟਅਪ ਕਰ ਰਹੇ ਹਾਂ, ਜਿਹੜਾ ਕਾਰੋਬਾਰ ਸ਼ੁਰੂ ਕਰਨ ਜਾ ਰਹੇ ਹਾਂ, ਉਹਦੇ ਲਈ ਉਦਮੀ ਨੇ ਇਹ ਫੈਸਲਾ ਲੈਣਾ ਹੁੰਦਾ ਕਿ ਉਹਦਾ ਆਕਾਰ ਕਿੱਡਾ ਕੁ, ਉਹਦਾ ਆਕਾਰ ਅਸੀਂ ਸਿਲੈਕਟ ਕਰੀਏ। ਮਤਲਬ ਉਸ ਤੇ ਅਸੀਂ ਇਸ ਤਰੀਕੇ ਨਾਲ ਆਕਾਰ ਦੀ ਸਿਲੈਕਸ਼ਨ ਕਰਨੀ ਆ, ਸਾਈਜ਼ ਦੀ ਸਿਲੈਕਸ਼ਨ ਕਰਨੀ ਆ ਕਿ ਸਾਡੀ ਘੱਟ ਤੋਂ ਘੱਟ ਲਾਗਤ, ਮਤਲਬ ਘੱਟ ਤੋਂ ਘੱਟ ਖਰਚਾ ਆਵੇ ਤੇ ਸਾਡਾ ਜਿਹੜਾ ਆਕਾਰ ਆ ਉਹ ਉਹਦੇ ਵਿੱਚ ਵਧੀਆ ਜਿਹੜਾ ਉਹ ਬਣ ਜਾਏ। ਤੇ ਇਹਦੇ ਵਿੱਚ ਸਾਨੂੰ ਜਿਹੜੇ ਮੇਨ ਤੱਤ ਵਿਚਾਰਨੇ ਪੈਂਦੇ ਆ ਉਹ ਹੈਗਾ ਵੀ ਕਿਹੜੀ ਤਕਨੀਕ ਅਸੀਂ ਯੂਜ਼ ਕਰਾਂਗੇ, ਕੀ ਸਾਡਾ ਪ੍ਰਬੰਧ ਹੋਏਗਾ ਉਹਦੇ ਲਈ, ਮੰਡੀਕਰਨ ਮਤਲਬ ਚੀਜ਼ਾਂ ਨੂੰ ਜਿਹੜਾ ਮਾਰਕੀਟ ਦੇ ਵਿੱਚ ਵੇਚਣਾ ਖਰੀਦਣਾ ਵਾਲਿਆਂ ਦਾ ਵਿਚਾਰ, ਸਭ ਕੁਝ ਮੰਡੀਕਰਨ 'ਚ ਆ ਜਾਂਦਾ। ਵਿੱਤੀ ਸਹੂਲਤਾਂ ਵੀ, ਪੈਸਾ ਜਿਹੜਾ ਅਸੀਂ ਉਹਦੇ ਵਿੱਚ ਇਨਵੈਸਟ ਕਰਨਾ ਆ, ਜਿਹੜਾ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਅਸੀਂ ਇਨਵੈਸਟਮੈਂਟ ਕਰਨ ਜਾ ਰਹੇ ਹਾਂ, ਉਹ ਪੈਸਾ ਕਿਵੇਂ ਅਸੀਂ ਪ੍ਰਾਪਤ ਕਰਾਂਗੇ, ਕਿਵੇਂ ਬੈਂਕ ਤੋਂ ਲੋਨ ਲੈਣਾ, ਕਿਵੇਂ ਕਰਨਾ ਹੈ, ਉਹ ਸਾਰਾ ਕੁਛ ਅਸੀਂ ਆਕਾਰ ਦੇ ਵਿੱਚ ਇਹ ਸੋਚਣਾ ਸਾਨੂੰ ਜ਼ਰੂਰੀ ਹੈ ਕਿ ਜਿਹੜੇ ਤੱਤ ਆ ਸਾਡੇ ਬੇਸਿਕ, ਇਹਨਾਂ ਨੂੰ ਪੂਰਾ ਕਰਨ 'ਚ ਕੋਈ ਪ੍ਰੋਬਲਮ ਤਾਂ ਨਹੀਂ ਅਸੀਂ ਫੇਸ ਕਰਾਂਗੇ ਜ਼ਿਆਦਾ। ਤੀਸਰਾ ਜਿਹੜਾ ਮੇਨ ਫੈਕਟਰ ਆ ਉਹ ਹੈਗਾ ਸਥਿਤੀ, ਲੋਕੇਸ਼ਨ। ਫਿਰ ਜਿੱਥੇ ਕਾਰੋਬਾਰ ਸ਼ੁਰੂ ਕਰਨਾ ਹੈ, ਵਪਾਰ ਦੀ ਸਥਿਤੀ ਤੈਅ ਕਰਨੀ ਪੈਂਦੀ ਆ। ਇਹ ਦੇਖਣਾ ਹੈ ਕਿ ਸਹੂਲਤਾਂ ਆਸਾਨੀ ਨਾਲ ਉਪਲਬਧ ਹੋਣਗੀਆਂ, ਜਿਵੇਂ ਕਿ ਕੱਚਾ ਮਾਲ, ਮਜ਼ਦੂਰ, ਮਾਰਕੀਟ ਦੀ ਨੇੜਤਾ, ਆਵਾਜਾਈ ਦੀਆਂ ਸਹੂਲਤਾਂ ਆਦਿ ਦੇਖ ਕੇ ਹੀ ਆਕਾਰ ਤੈਅ ਕੀਤਾ ਜਾ ਸਕਦਾ ਹੈ। ਮਤਲਬ ਹੁਣ ਅਸੀਂ ਅਸੀਂ ਕਾਰੋਬਾਰ ਸ਼ੁਰੂ ਕਰਨ ਜਾ ਰਹੇ ਹਾਂ, ਅਸੀਂ ਦੇਖਾਂਗੇ ਉਹਦੀ ਸਥਿਤੀ ਕਿ ਜਿੱਥੇ ਅਸੀਂ ਉਹਦੀ ਲੋਕੇਸ਼ਨ ਆ, ਅਸੀਂ ਸੋਚ ਰਹੇ ਹਾਂ ਉਹਨੂੰ ਸ਼ੁਰੂ ਕਰਨ ਦਾ, ਉਹ ਲੋਕੇਸ਼ਨ ਤੇ ਸਾਨੂੰ ਕੱਚਾ ਮਾਲ ਜਿਹੜਾ ਚਾਹੀਦਾ ਆ ਉਹ ਕਿਵੇਂ ਪਹੁੰਚੇਗਾ ਸਾਡੇ ਤੱਕ, ਮਜ਼ਦੂਰ ਸਾਨੂੰ ਆਸ-ਪਾਸ ਤੋਂ ਆਰਾਮ ਨਾਲ ਮਿਲ ਜਾਣਗੇ ਜਾਂ ਦੂਰੋਂ ਕਿਤੋਂ ਆਉਣਗੇ, ਕਿਸ ਤਰੀਕੇ ਸਾਨੂੰ ਲੇਬਰ ਜਿਹੜੀ ਆ ਨੇੜੇ ਤੇੜੇ ਆਸਾਨੀ ਨਾਲ ਮਿਲ ਰਹੀ ਆ, ਤੇ ਮਾਰਕੀਟ ਨੇੜੇ ਆ ਜਿੱਥੇ ਅਸੀਂ ਉਹ ਸਮਾਨ ਬਾਅਦ ਵਿੱਚ ਪਹੁੰਚਾਉਣਾ ਆ। ਆਵਾਜਾਈ ਦੀਆਂ ਸਹੂਲਤਾਂ, ਮਤਲਬ ਹੁਣ ਚੀਜ਼ਾਂ ਕੱਚਾ ਮਾਲ ਲਿਆਉਣਾ, ਜਦੋਂ ਫਿਨਿਸ਼ ਪ੍ਰੋਡਕਟ ਆ ਉਹਨੂੰ ਮਾਰਕੀਟ ਤੱਕ ਪਹੁੰਚਾਉਣਾ ਆ, ਤਾਂ ਜਿਹੜੀਆਂ ਆਵਾਜਾਈ ਦੀਆਂ ਆਟੋਆਈ ਦੇ ਜਿਹੜੇ ਸਾਧਨ ਆ ਉਹ ਸਾਡੇ ਕੋਲ ਸਫੀਸ਼ੀਐਂਟ ਹੈਗੇ ਆ ਜਾਂ ਆਸਾਨੀ ਨਾਲ ਮਿਲ ਜਾਣਗੇ, ਉਹਦੇ ਵਿੱਚ ਕੋਈ ਔਖਿਆਈ ਤਾਂ ਨਹੀਂ ਆਏਗੀ। ਸਾਡਾ ਚੌਥਾ ਪੁਆਇੰਟ ਆ ਲੇਆਊਟ। ਉਤਪਾਦਨ ਅਦਾਰੇ ਲਈ ਲੇਆਊਟ ਬਾਰੇ ਤੈਅ ਕਰਨਾ ਬਹੁਤ ਜ਼ਰੂਰੀ ਹੈ। ਮਸ਼ੀਨਰੀ ਅਤੇ ਉਤਪਾਦਨ ਕਿਰਿਆਵਾਂ ਲਈ ਉਚਿਤ ਥਾਂ ਦੀ ਉਚਿਤ ਵੰਡ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ ਬਿਲਡਿੰਗ ਅਤੇ ਫੈਕਟਰੀ ਦਾ ਉਚਿਤ ਨਕਸ਼ਾ ਤਿਆਰ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਚੰਗੀ ਲੇਆਊਟ ਦਾ ਉਦੇਸ਼ ਇਹ ਹੈ ਕਿ ਉਤਪਾਦਨ ਪ੍ਰਕਿਰਿਆ ਘੱਟ ਤੋਂ ਘੱਟ ਸਮੇਂ ਅਤੇ ਘੱਟ ਤੋਂ ਘੱਟ ਲਾਗਤ 'ਤੇ ਪੂਰੀ ਕੀਤੀ ਜਾ ਸਕੇ। ਹਾਂਜੀ ਬੱਚੇ, ਲੇਆਊਟ ਕੀ ਹੁੰਦਾ? ਜਦੋਂ ਪ੍ਰੋਡਕਸ਼ਨ ਦੀ ਜਿਹੜੀ ਕਿਰਿਆ ਆ, ਜਿੱਥੇ ਪ੍ਰੋਡਕਟ ਬਣਾਇਆ ਜਾਂਦਾ ਆ, ਪ੍ਰੋਡਕਸ਼ਨ ਕੀਤੀ ਜਾਂਦੀ ਆ, ਉੱਥੇ ਮਸ਼ੀਨਾਂ ਜਿਹੜੀਆਂ ਆ, ਮਸ਼ੀਨਰੀ ਜਿਹੜੀ ਆ, ਉਹਨਾਂ ਨੂੰ ਤਰਤੀਬਵਾਰ ਲਗਾਇਆ ਜਾਂਦਾ ਤੇ ਕਿਹੜੀ ਥਾਂ 'ਤੇ ਕਿਹੜੀ ਮਸ਼ੀਨ ਲੱਗਣੀ ਆ, ਥਾਂ ਦੀ ਉਚਿਤ ਵੰਡ ਕਰਨੀ ਜ਼ਰੂਰੀ ਹੁੰਦੀ ਆ। ਬਿਲਡਿੰਗ ਤੇ ਫੈਕਟਰੀ ਦਾ ਉਚਿਤ ਨਕਸ਼ਾ ਬਣਾਉਣਾ ਪੈਂਦਾ ਆ ਕਿ ਕਿੱਥੇ ਕਿਹੜੀ ਮਸ਼ੀਨ ਲਗਾਈ ਜਾਏਗੀ, ਕਿਸ ਤੋਂ ਬਾਅਦ ਕਿਹੜੀ ਚੀਜ਼ ਉਹਨਾਂ ਮਸ਼ੀਨਾਂ ਉੱਪਰ ਬਣੇਗੀ, ਉਸ ਹਿਸਾਬ ਨਾਲ। ਜਿਹੜਾ ਚੰਗਾ ਲੇਆਊਟ ਹੁੰਦਾ ਆ, ਉਹਦਾ ਕੀ ਉਦੇਸ਼ ਹੁੰਦਾ ਕਿ ਜਿਹੜੀ ਪ੍ਰੋਡਕਸ਼ਨ ਪ੍ਰਕਿਰਿਆ ਆ ਉਹਦੇ 'ਤੇ ਘੱਟ ਤੋਂ ਘੱਟ ਸਮਾਂ ਲੱਗੇ ਤੇ ਘੱਟ ਤੋਂ ਘੱਟ ਖਰਚੇ ਦੇ ਵਿੱਚ ਉਹ ਜਿਹੜਾ ਪ੍ਰੋਡਕਟ ਆ ਉਹ ਤਿਆਰ ਕੀਤਾ ਜਾ ਸਕੇ। ਸਾਡਾ ਪੰਜਵਾਂ ਪੁਆਇੰਟ ਆ ਵਿੱਤੀ ਯੋਜਨਾ, ਫਾਈਨੈਂਸ਼ੀਅਲ ਪਲੈਨਿੰਗ। ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਵਿੱਤੀ ਯੋਜਨਾਵਾਂ ਦੀ ਤਿਆਰੀ ਕਰਨੀ ਜ਼ਰੂਰੀ ਹੈ। ਵਿੱਤੀ ਯੋਜਨਾਵਾਂ ਵਿੱਚ ਹੇਠ ਲਿਖੇ ਤੱਤ ਸ਼ਾਮਿਲ ਹੁੰਦੇ ਹਨ: ਲੋੜੀਂਦੀ ਪੂੰਜੀ ਦੀ ਮਾਤਰਾ ਸੁਨਿਸ਼ਚਿਤ ਕਰਨਾ, ਪੂੰਜੀ ਦਾ ਉਚਿਤ ਢਾਂਚਾ ਨਿਸ਼ਚਿਤ ਕਰਨਾ, ਪੂੰਜੀ ਲਗਾਉਣ ਦਾ ਉਚਿਤ ਸਮਾਂ ਤੈਅ ਕਰਨਾ, ਲਗਾਈ ਪੂੰਜੀ ਤੇ ਲਾਭ ਦਾ ਅਨੁਮਾਨ ਲਗਾਉਣਾ।
ਹੁਣ ਪੂੰਜੀ ਕੀ ਹੁੰਦੀ ਹੈ? ਇਹਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਆ ਕੈਪੀਟਲ। ਕੈਪੀਟਲ 2 ਟਾਈਪਸ ਦੀ ਹੁੰਦੀ ਹੈ, ਫਿਕਸਡ ਕੈਪੀਟਲ ਤੇ ਵਰਕਿੰਗ ਕੈਪੀਟਲ। ਫਿਕਸਡ ਕੈਪੀਟਲ ਦੇ ਵਿੱਚ ਕੀ ਆਉਂਦਾ ਆ? ਲੈਂਡ, ਜਿਹੜੀ ਜ਼ਮੀਨ ਜਿਹਨੂੰ ਅਸੀਂ ਕਹਿੰਦੇ ਆ, ਬਿਲਡਿੰਗ, ਜਿਹੜੀ ਆਰਗੇਨਾਈਜੇਸ਼ਨ ਦੀ ਜਿਹੜੀ ਬਿਲਡਿੰਗ ਆ ਜਿਹਦੇ ਵਿੱਚ ਪ੍ਰੋਡਕਸ਼ਨ ਹੋ ਰਹੀ ਆ, ਪਲਾਂਟ, ਮਸ਼ੀਨਰੀ, ਫਰਨੀਚਰ, ਇਹ ਸਾਰੀਆਂ ਚੀਜ਼ਾਂ ਫਿਕਸਡ ਕੈਪੀਟਲ 'ਚ ਆਉਂਦੀਆਂ। ਮਤਲਬ ਇਹ ਚੀਜ਼ਾਂ ਅਸੀਂ ਇੱਕ ਵਾਰ ਇਹਨਾਂ ਖਰੀਦ ਲੈਂਦੇ ਹਾਂ ਨਾ, ਤੇ ਇੱਕ ਵਾਰ ਪੈਸਾ ਲਾਉਂਦੇ ਹਾਂ। ਅਸੀਂ ਰੋਜ਼ ਮਸ਼ੀਨਾਂ ਨਹੀਂ ਖਰੀਦਦੇ, ਰੋਜ਼ ਬਿਲਡਿੰਗ ਨਹੀਂ ਖਰੀਦਦੇ। ਇਹ ਮਤਲਬ ਫਿਕਸਡ ਹੁੰਦੀ ਹੈ। ਫਿਕਸ ਦਾ ਮਤਲਬ ਆ ਅਸੀਂ ਇਹਨਾਂ ਨੂੰ ਇੱਕ ਵਾਰ ਖਰੀਦ ਲੈਂਦੇ ਹਾਂ ਤੇ ਇਹ ਕੰਪਨੀ ਦੇ ਫਿਕਸਡ ਐਸੈਟਸ ਹੁੰਦੇ ਆ। ਤੇ ਵਰਕਿੰਗ ਕੈਪੀਟਲ ਕੀ ਹੁੰਦੀ ਹੈ? ਜਿਹੜੇ ਡੇ ਟੂ ਡੇ ਐਕਸਪੈਂਸਿਸ, ਮਤਲਬ ਅੱਜ ਕੰਮ ਹੋਇਆ ਉਹਦੇ ਤੇ ਜਿਹੜਾ ਅੱਜ ਖਰਚਾ ਹੋਣਾ, ਜਿਹੜਾ ਕੱਲ ਹੋਣਾ ਉਹਦੇ ਤੇ ਕੱਲ ਦੇ ਦਿਨ ਦੇ ਵਿੱਚ ਵਾਲਾ ਖਰਚਾ, ਉਹ ਸਾਰੀ ਵਰਕਿੰਗ ਕੈਪੀਟਲ ਹੁੰਦੀ ਹੈ। ਠੀਕ ਹੈ। ਤੇ ਜਿਹੜੀ ਪੂੰਜੀ ਆ ਇਹਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਹੁੰਦੀਆਂ ਆ, ਮਤਲਬ ਲੈਂਡ, ਬਿਲਡਿੰਗ, ਪਲਾਂਟ, ਮਸ਼ੀਨਰੀ, ਫਰਨੀਚਰ, ਇਹ ਜਿਹੜੀਆਂ ਫਿਕਸਡ ਐਸੈਟਸ ਆ, ਇਹਨੂੰ ਅਸੀਂ ਪੂੰਜੀ 'ਚ ਕੰਸੀਡਰ ਕਰਦੇ ਹਾਂ। ਮਤਲਬ ਲੋੜੀਂਦੀ ਪੂੰਜੀ ਦੀ ਮਾਤਰਾ ਸੁਨਿਸ਼ਚਿਤ ਕਰਨਾ ਕਿ ਸਾਨੂੰ ਕਿੰਨੀ ਜਿਹੜੀ ਕੈਪੀਟਲ ਆ ਉਹ ਚਾਹੀਦੀ, ਉਹਦੀ ਮਾਤਰਾ ਸੁਨਿਸ਼ਚਿਤ ਕਰਨਾ। ਪੂੰਜੀ ਦਾ ਉਚਿਤ ਢਾਂਚਾ ਨਿਸ਼ਚਿਤ ਕਰਨਾ ਤੇ ਕਦੋਂ ਉਹਦੇ ਪੂੰਜੀ ਲਗਾਈ ਜਾਣੀ ਹੈ, ਉਹਦਾ ਸਮਾਂ, ਕਿਸ ਟਾਈਮ ਤੇ ਅਸੀਂ ਇਹ ਕੰਮ ਕਰਨਾ, ਉਹਦਾ ਸਮਾਂ ਤੈਅ ਕਰਨਾ। ਲਗਾਈ ਗਈ ਪੂੰਜੀ ਤੋਂ ਲਾਭ ਸਾਨੂੰ ਕੀ ਹੋਏਗਾ। ਠੀਕ ਹੈ। ਜਿੱਦਾਂ ਹੁਣ ਮੰਨ ਲਓ ਅਸੀਂ ਕਿੰਨੇ ਲੱਖਾਂ ਜਾਂ ਕਰੋੜਾਂ ਦਾ ਪ੍ਰੋਜੈਕਟ ਲਾਤਾ, ਉਹਦੇ ਤੇ ਪੂੰਜੀ ਲਾਤੀ, ਕੈਪੀਟਲ ਜਿਹੜੇ ਫਿਕਸਡ ਐਸੈਟਸ ਆ ਸਾਡੇ ਉਹ ਇੰਨੀ ਲਾਗਤ ਦੇ ਆ, ਤੇ ਅਸੀਂ ਉਹਦੇ ਤੋਂ ਹਿਸਾਬ ਲਾਵਾਂਗੇ ਕਿ ਸਾਨੂੰ ਫਿਊਚਰ ਦੇ ਵਿੱਚ ਉਹਨਾਂ ਉੱਪਰੋਂ ਕਿੰਨੀ ਉਹਦੇ ਤੋਂ ਲਾਭ ਹੋਏਗਾ, ਕੀ ਪ੍ਰੋਫਿਟ ਹੋਏਗਾ। ਠੀਕ ਹੈ ਰਾਜੇ। ਸੰਗਠਨ ਦਾ ਢਾਂਚਾ, ਆਰਗੇਨਾਈਜੇਸ਼ਨ ਸਟਰਕਚਰ ਅਸੀਂ ਇਹਨੂੰ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ। ਕਾਰੋਬਾਰ ਸ਼ੁਰੂ ਕਰਨ ਸਮੇਂ ਉਚਿਤ ਸੰਗਠਨ ਢਾਂਚਾ ਕਾਇਮ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਲਈ ਕਾਰੋਬਾਰ ਅਦਾਰੇ ਦਾ ਕੰਮ ਅੱਡ-ਅੱਡ ਵਿਭਾਗਾਂ ਵਿੱਚ ਵੰਡਣਾ ਜ਼ਰੂਰੀ ਹੈ, ਜਿਵੇਂ ਉਤਪਾਦਨ, ਖਰੀਦ, ਵਿਕਰੀ, ਵਿੱਤੀਕਰਨ, ਮੰਡੀਕਰਨ ਆਦਿ। ਹਰੇਕ ਲਈ ਵੱਖਰਾ ਵਿਭਾਗ ਤਿਆਰ ਕਰਨਾ ਤੇ ਹਰੇਕ ਲਈ ਵਿਭਾਗੀ ਪ੍ਰਬੰਧਕ ਨਿਯੁਕਤ ਕਰਨਾ ਹੈ। ਉਹਨਾਂ ਪ੍ਰਬੰਧਕਾਂ ਨੂੰ ਉਹਨਾਂ ਦੇ ਕਰਤੱਵਾਂ ਬਾਰੇ ਜਾਣਕਾਰੀ ਦੇਣਾ, ਉਹਨਾਂ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਨਾ, ਉਹਨਾਂ ਵਿੱਚ ਆਪਸੀ ਤਾਲਮੇਲ ਤੇ ਮਿਲਵਰਤਨ ਦੀ ਭਾਵਨਾ ਪੈਦਾ ਕਰਨਾ ਜ਼ਰੂਰੀ ਹੈ। ਹੁਣ ਇਹ ਸਾਰੀਆਂ ਗੱਲਾਂ ਕੀ ਆ? ਜਦੋਂ ਅਸੀਂ ਕੋਈ ਵੀ ਕਾਰੋਬਾਰ ਸ਼ੁਰੂ ਕਰਦੇ ਹਾਂ, ਜਿਹੜਾ ਅਸੀਂ ਸੰਗਠਨ, ਆਰਗੇਨਾਈਜੇਸ਼ਨ ਆ, ਉਹਦਾ ਜਿਹੜਾ ਢਾਂਚਾ ਆ ਉਹ ਤਿਆਰ ਕਰ ਰਹੇ ਹਾਂ, ਉਹਦੇ ਵਿੱਚ ਅਸੀਂ ਹਰ ਇੱਕ ਚੀਜ਼ ਨੂੰ ਡਿਵਾਈਡ ਕਰਨਾ, ਵਿਭਾਗ ਬਣਾ ਦੇਣੇ ਆ, ਉਹਦੇ ਡਿਪਾਰਟਮੈਂਟਸ ਅਲੱਗ-ਅਲੱਗ ਹੋਣਗੇ। ਮਤਲਬ ਉਤਪਾਦਨ, ਪ੍ਰੋਡਕਸ਼ਨ, ਜਿੱਥੇ ਚੀਜ਼ਾਂ ਪ੍ਰੋਡਿਊਸ, ਜਿੱਥੇ ਪ੍ਰੋਡਕਟ ਬਣਾਇਆ ਜਾ ਰਿਹਾ ਉਹ ਪ੍ਰੋਡਕਸ਼ਨ ਡਿਪਾਰਟਮੈਂਟ ਹੋਏਗਾ। ਖਰੀਦ, ਕਿੱਥੋਂ ਅਸੀਂ ਚੀਜ਼ਾਂ ਖਰੀਦਣੀਆਂ, ਕਿੱਥੋਂ ਰॉ ਮਟੀਰੀਅਲ ਖਰੀਦਣਾ, ਕਿੱਥੋਂ ਕਿਹੜੀ ਚੀਜ਼ ਖਰੀਦਣੀ ਆ, ਉਹ ਸਾਡਾ ਪਰਚੇਜ਼ ਡਿਪਾਰਟਮੈਂਟ ਹੋਏਗਾ। ਵਿਕਰੀ, ਸੇਲਸ ਡਿਪਾਰਟਮੈਂਟ। ਵਿੱਤੀਕਰਨ, ਫਾਈਨੈਂਸ਼ੀਅਲ ਡਿਪਾਰਟਮੈਂਟ। ਮੰਡੀਕਰਨ, ਹੁਣ ਚੀਜ਼ ਬਣ ਵੀ ਗਈ, ਪੈਸੇ ਵੀ ਲਾਤੇ, ਹੁਣ ਅਸੀਂ ਵਿਕਰੀ ਕਰਨੀ ਆ। ਮੰਡੀਕਰਨ ਮਤਲਬ ਪ੍ਰਮੋਸ਼ਨ ਕਿੱਦਾਂ ਕਰਨੀ ਆ, ਮਾਰਕੀਟ ਦੇ ਵਿੱਚ ਐਡ ਕਰਨੀ, ਆਪਣੇ ਪ੍ਰੋਡਕਟ ਦੀ ਸੇਲ ਕਰਨੀ, ਸਾਰਾ ਕੁਛ ਇਹ ਮੰਡੀਕਰਨ 'ਚ ਆ ਜਾਂਦਾ। ਹਰੇਕ ਲਈ ਵੱਖਰਾ ਵਿਭਾਗ ਤਿਆਰ ਕਰਨਾ ਪੈਂਦਾ ਹੈ ਤੇ ਜਿਹੜਾ ਵਿਭਾਗ ਤਿਆਰ ਕੀਤਾ ਆ ਉਸ ਵਿਭਾਗ ਲਈ ਪ੍ਰਬੰਧਕ ਨਿਯੁਕਤ ਕਰਨੇ, ਮਤਲਬ ਮੈਨੇਜਰ ਤੇ ਮੈਨੇਜਰ ਦੇ ਨਾਲ ਜੋ ਉਹਦੀ ਸਾਰੀ ਟੀਮ ਆ, ਉਹ ਸਾਰੇ ਇੰਪਲੋਈਜ਼ ਨੂੰ ਹਾਇਰ ਕਰਨਾ, ਉਹਨਾਂ ਨੂੰ ਭਰਤੀ ਕਰਨਾ, ਨਿਯੁਕਤੀ ਕਰਨੀ ਮਤਲਬ। ਠੀਕ ਹੈ। ਉਹਨਾਂ ਪ੍ਰਬੰਧਕਾਂ ਨੂੰ ਉਹਨਾਂ ਦੇ ਕਰਤੱਵਾਂ ਬਾਰੇ ਜਾਣਕਾਰੀ ਦੇਣਾ ਕਿ ਕਿਹੜੇ ਬੰਦੇ ਨੇ ਕੀ ਕੰਮ ਕਰਨਾ, ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਨਾ। ਉਹਨਾਂ ਵਿੱਚ ਆਪਸੀ ਤਾਲਮੇਲ, ਹੁਣ ਸਾਰੇ ਡਿਪਾਰਟਮੈਂਟ ਆ ਤੇ ਜਿਹੜੇ ਡਿਪਾਰਟਮੈਂਟ ਦੇ ਅੰਦਰ ਮੈਨ ਪਾਵਰ ਕੰਮ ਕਰ ਰਹੀ ਆ, ਉਹਨਾਂ ਵਿੱਚ ਆਪਸ 'ਚ ਤਾਲਮੇਲ ਤੇ ਮਿਲਵਰਤਨ ਦੀ ਭਾਵਨਾ ਨੂੰ ਕਾਇਮ ਰੱਖਣਾ। ਇਹ ਜਿਹੜਾ ਆ ਇੱਕ ਸੰਗਠਨ ਢਾਂਚੇ ਵਿੱਚ ਆਉਂਦੇ ਆ ਇਹ ਤੱਤ ਸਾਰੇ। ਕਾਰੋਬਾਰ ਸੰਗਠਨ ਦਾ ਰੂਪ, ਫਾਰਮਸ ਆਫ ਬਿਜ਼ਨਸ ਆਰਗੇਨਾਈਜੇਸ਼ਨ। ਕਾਰੋਬਾਰ ਲਈ ਸੰਗਠਨ ਦਾ ਉਚਿਤ ਰੂਪ ਤੈਅ ਕਰਨਾ ਵੀ ਜ਼ਰੂਰੀ ਹੈ
ਕੀ ਕਾਰੋਬਾਰ ਇਕਾਂਗੀ ਦੇ ਰੂਪ ਵਿੱਚ ਹੋਵੇਗਾ ਜਾਂ ਸਾਂਝੇਦਾਰੀ ਹੋਵੇਗਾ ਜਾਂ ਕੰਪਨੀ ਦੇ ਰੂਪ ਵਿੱਚ ਹੋਵੇਗਾ। ਸੰਗਠਨ ਤੱਤਾਂ ਤੇ ਵਿਚਾਰ ਕਰਕੇ ਇਹ ਫੈਸਲਾ ਲੈਣਾ ਵੀ ਜ਼ਰੂਰੀ ਹੈ। ਮਤਲਬ ਹੁਣ ਅਸੀਂ ਜਿਹੜਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਉਹ ਇੱਕ ਬੰਦਾ ਕਰ ਰਿਹਾ, ਇੱਕ ਵਿਅਕਤੀ ਕਰ ਰਿਹਾ, ਉਹਨੂੰ ਅਸੀਂ ਇਕਾਂਗੀ ਕਹਿੰਦੇ ਆ। ਜੇ ਦੋ ਜਾਂ ਦੋ ਤੋਂ ਵੱਧ ਪਰਸਨ ਮਿਲ ਕੇ ਕੰਮ ਕਰ ਰਿਹਾ, ਸਾਂਝੇਦਾਰੀ ਕਹਿੰਦੇ ਆ। ਇੱਕ ਕੰਪਨੀ ਬਣਾਈ ਹੈ, ਕੰਪਨੀ 'ਚ ਬਹੁਤ ਸਾਰੇ ਮੈਂਬਰਸ ਵੀ ਹੋ ਸਕਦੇ ਆ। ਤੇ ਸੰਗਠਨ, ਇਹ ਜਿਹੜੇ ਸਾਰੇ ਤੱਤ ਆ, ਇਹਨਾਂ ਤੇ ਸਾਨੂੰ ਫੈਸਲਾ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਾਰੋਬਾਰ ਸੰਗਠਨ ਦਾ ਰੂਪ ਕਿਹੜਾ ਅਸੀਂ ਸਿਲੈਕਟ ਕਰ ਰਹੇ ਹਾਂ। ਕਾਰੋਬਾਰੀ ਵਾਤਾਵਰਣ ਮਤਲਬ ਬਿਜ਼ਨਸ ਐਨਵਾਇਰਨਮੈਂਟ। ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਕਾਰੋਬਾਰੀ ਵਾਤਾਵਰਣ ਤੇ ਵਿਚਾਰ ਕਰਨਾ ਵੀ ਜ਼ਰੂਰੀ ਹੁੰਦਾ ਹੈ। ਜਦੋਂ ਮੰਦੀ ਦਾ ਸਮਾਂ ਚੱਲ ਰਿਹਾ ਹੋਵੇ ਤਾਂ ਕਾਰੋਬਾਰ ਸਾਨੂੰ ਸ਼ੁਰੂ ਨਹੀਂ ਕਰਨਾ ਚਾਹੀਦਾ ਤੇ ਨਵੇਂ ਕਾਰੋਬਾਰ ਲਈ ਤੇਜ਼ੀ ਦਾ ਸਮਾਂ ਉਚਿਤ ਸਮਝਿਆ ਜਾਂਦਾ ਹੈ। ਮਤਲਬ ਹੁਣ ਕੀ ਆ ਕਿ ਕਾਰੋਬਾਰ ਸ਼ੁਰੂ ਕਰਨ ਲਈ এনवायरमेंट ਦੇਖਣਾ ਵੀ ਕੀ ਹੈ। ਜਿਵੇਂ ਹੁਣ ਕਰੋਨਾ ਵਾਇਰਸ ਆ, ਮਾਰਕੀਟ ਜਿਹੜੀ ਆ ਉਹ ਵਧੀਆ ਪਰਫਾਰਮ ਨਹੀਂ ਕਰ ਰਹੀ। ਹੁਣ ਜੇ ਅਸੀਂ ਕੋਈ ਨਵਾਂ ਬਿਜ਼ਨਸ ਲਾਉਣਾ ਹੋਵੇ ਤੇ ਨਹੀਂ ਲਾ ਸਕਦੇ, ਤੁਹਾਨੂੰ ਪਤਾ ਕਿੰਨੀਆਂ ਪ੍ਰੋਬਲਮਸ ਆ। ਤੇ ਜਦੋਂ ਅਸੀਂ ਨਵਾਂ ਬਿਜ਼ਨਸ ਲਾਉਣਾ ਆ, ਜਦੋਂ ਮਾਰਕੀਟ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ, ਸਾਰੇ ਕੰਮ ਜਿਹੜੇ ਆ ਵਧੀਆ ਚੱਲ ਰਹੇ ਆ ਮਾਰਕੀਟ ਦੇ ਵਿੱਚ, ਉਦੋਂ ਉਹ ਉਚਿਤ ਸਮਾਂ ਆ ਸਾਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ। ਇਸ ਲਈ ਸਾਨੂੰ ਆਪਣੇ এনवायरमेंट ਦਾ ਜਾਇਜ਼ਾ ਲੈਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਜੋ ਕੰਮ ਸ਼ੁਰੂ ਕਰਾਂਗੇ ਉਹ ਸਹੀ ਚੱਲੇਗਾ ਜਾਂ ਨਹੀਂ ਚੱਲੇਗਾ। ਮੰਦੀ ਚੱਲ ਰਹੀ ਹੈ ਕਿ ਚੰਗਾ ਚੱਲ ਰਿਹਾ। ਜੇ ਮੰਦੀ ਚੱਲ ਰਹੀ ਹੈ ਨਹੀਂ ਸ਼ੁਰੂ ਕਰਾਂਗੇ, ਜੇ ਵਧੀਆ ਕਾਰੋਬਾਰ ਚੱਲ ਰਿਹਾ ਸਭ ਦੇ ਤਾਂ ਫਿਰ ਅਸੀਂ ਉਸ ਵਿੱਚ ਆਪਣਾ ਵਧੀਆ ਕਾਰੋਬਾਰ ਸ਼ੁਰੂ ਕਰਾਂਗੇ। 9ਵਾਂ ਸਾਡਾ ਪੁਆਇੰਟ ਹੈ ਸਰਕਾਰੀ ਨੀਤੀ, ਗਵਰਨਮੈਂਟ ਪਾਲਿਸੀ। ਕਈ ਵਾਰ ਸਰਕਾਰ ਪਛੜੇ ਇਲਾਕੇ ਵਿੱਚ ਉਦਯੋਗ ਜਾਂ ਕਾਰੋਬਾਰ ਕਾਇਮ ਕਰਨ ਲਈ ਕਈ ਛੋਟਾਂ ਜਾਂ ਸਬਸਿਡੀ ਆਦਿ ਦਿੰਦੀ ਹੈ। ਇਸ ਲਈ ਕਾਰੋਬਾਰ ਸੰਬੰਧੀ ਸਰਕਾਰੀ ਨੀਤੀ ਤੇ ਵੀ ਵਿਚਾਰ ਕਰਨੀ ਚਾਹੀਦੀ ਹੈ। ਮਤਲਬ ਕਈ ਵਾਰ ਗਵਰਨਮੈਂਟ ਕਈ ਇਲਾਕਿਆਂ ਵਿੱਚ ਬਿਜ਼ਨਸ ਸ਼ੁਰੂ ਕਰਨ ਲਈ ਕੁਝ ਸਬਸਿਡੀਆਂ ਜਾਂ ਛੋਟਾਂ ਦਿੰਦੀ ਆ ਤੇ ਇਹ ਤੁਹਾਨੂੰ ਦੇਖ ਲੈਣਾ ਚਾਹੀਦਾ ਕਿ ਸਰਕਾਰੀ ਨੀਤੀਆਂ ਕੀ ਆ, ਉਹ ਦੇਖ ਕੇ ਹੀ ਆਪਣਾ ਕੰਮ ਜਿਹੜਾ ਸ਼ੁਰੂ ਕਰਨਾ ਚਾਹੀਦਾ। ਫੁਟਕਲ ਤੱਤ ਮਤਲਬ ਕੁਝ ਮਿਸਲੇਨੀਅਸ ਫੈਕਟਰਸ ਵੀ ਹੁੰਦੇ ਆ ਜਿਹੜੇ ਸਾਨੂੰ ਦੇਖਣੇ ਚਾਹੀਦੇ, ਜਿਵੇਂ ਰਾਜਨੀਤਿਕ ਸਥਿਰਤਾ, ਉਦਯੋਗਿਕ ਸ਼ਾਂਤੀ ਆਦਿ। ਹੋਰ ਵੀ ਕਈ ਤੱਤ ਆ ਜੋ ਉਦਯੋਗ ਸ਼ੁਰੂ ਕਰਨ ਵੇਲੇ ਸਾਨੂੰ ਵਿਚਾਰਨੇ ਚਾਹੀਦੇ ਹਨ। Choosing appropriate mode of operations ਭਾਵ ਆਯਾਤ ਪ੍ਰਕਿਰਿਆ ਦੇ ਢੁਕਵੇਂ ਤਰੀਕਿਆਂ ਦੀ ਚੋਣ ਕਰਨੀ। ਵਸਤਾਂ ਨੂੰ ਇੱਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਲੈ ਕੇ ਜਾਣ ਲਈ ਸਭ ਤੋਂ ਵਧੀਆ ਢੰਗ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਆਯਾਤ ਪ੍ਰਕਿਰਿਆ ਦੀ ਯੋਜਨਾਬੰਦੀ ਇੰਨੀ ਸੌਖੀ ਨਹੀਂ ਹੁੰਦੀ। ਖਰੀਦਿਆ ਜਾਣ ਵਾਲਾ ਸਮਾਨ ਸੜਕ ਰਾਸਤੇ, ਜਲ ਰਾਸਤੇ, ਹਵਾਈ ਰਾਸਤੇ ਜਾਂ ਇਹਨਾਂ ਵਿੱਚੋਂ ਕਿਸੇ ਦੋ ਦੇ ਸੁਮੇਲ ਨਾਲ ਮੰਜ਼ਿਲ ਤੱਕ ਪਹੁੰਚ ਰਿਹਾ ਹੈ। ਇਸ ਦੌਰਾਨ ਸਮਾਨ ਦੀ ਸੁਰੱਖਿਆ ਆਦਿ ਤੱਤ ਵਿਚਾਰੇ ਜਾਂਦੇ ਹਨ ਤੇ ਸਮਾਨ ਕਿਸ ਦੀ ਸਹਾਇਤਾ ਨਾਲ ਸਾਡੇ ਤੱਕ ਪਹੁੰਚੇਗਾ। ਜਦੋਂ ਇਹ ਫੈਸਲਾ ਹੁੰਦਾ ਹੈ ਤਾਂ ਹੇਠ ਲਿਖੇ ਕਾਰਕ ਧਿਆਨ ਵਿੱਚ ਰੱਖੇ ਜਾਂਦੇ ਹਨ। ਹੁਣ ਸਟੂਡੈਂਟਸ, ਅਸੀਂ ਇਹ ਦੇਖਣਾ ਆ ਕਿ ਜਿਹੜੀਆਂ ਵਸਤਾਂ ਅਸੀਂ ਖਰੀਦ ਰਹੇ ਹਾਂ ਦੂਸਰੇ ਦੇਸ਼ ਤੋਂ, ਉਹਦੇ ਲਈ ਸਭ ਤੋਂ ਮੇਨ ਕੰਮ ਇਹ ਹੈ ਕਿ ਪਲੈਨਿੰਗ। ਅਸੀਂ ਵਧੀਆ ਤਰੀਕੇ ਜੇ ਪਲਾਨ ਨਹੀਂ ਕਰਾਂਗੇ ਤਾਂ ਜਿਹੜੀਆਂ ਵਸਤਾਂ ਸਾਡੇ ਤੱਕ ਪਹੁੰਚਣੀਆਂ ਆ ਉਹਨੂੰ ਸਾਡੇ ਤੱਕ ਪਹੁੰਚਣ 'ਚ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈ ਸਕਦੀਆਂ ਆ। ਇਸ ਲਈ ਇਹ ਦੇਖਣਾ ਕਿ ਜਿਹੜਾ ਸਾਡਾ ਸਮਾਨ ਆ ਉਹ ਸੜਕ ਰਸਤੇ ਆ ਰਿਹਾ, ਜਲ ਰਸਤੇ ਆ ਰਿਹਾ ਜਾਂ ਹਵਾਈ ਰਸਤੇ ਆ ਰਿਹਾ। ਮਤਲਬ ਗੱਡੀਆਂ 'ਚ ਲੋਡ ਹੋ ਕੇ ਆ ਰਿਹਾ ਜਾਂ ਸ਼ਿਪ ਤੇ ਆ ਰਿਹਾ ਜਾਂ ਹਵਾਈ ਜਹਾਜ਼ ਦੇ ਥਰੂ ਆ ਰਿਹਾ। ਤੇ ਇਹ ਜਾਂ ਇਹਦੇ ਵਿੱਚ ਦੋ ਦਾ ਸੁਮੇਲ ਵੀ ਹੋ ਸਕਦਾ, ਜਿਵੇਂ ਪਹਿਲਾਂ ਹਵਾਈ ਰਸਤੇ ਆ ਗਿਆ, ਅੱਗੋਂ ਸੜਕ ਰਸਤੇ ਆਇਆ, ਇਹਦਾ ਮਤਲਬ ਆ ਸੁਮੇਲ। ਜਾਂ ਜਲ ਰਸਤੇ ਆ ਗਿਆ ਤੇ ਫਿਰ ਉਸ ਤੋਂ ਅੱਗੇ ਸੜਕ ਰਸਤੇ ਸਾਡੇ ਤਾਈਂ ਪਹੁੰਚਿਆ, ਇਹ ਵੀ ਦੇਖਣਾ ਪੈਂਦਾ। ਫਿਰ ਉਹ ਸਮਾਨ ਜਦੋਂ ਆਉਣਾ ਆ ਤਾਂ ਉਹ ਸਮਾਨ ਦੀ ਕੋਈ ਵਿੱਚ ਟੁੱਟ ਭੱਜ ਨਾ ਹੋਵੇ, ਮਤਲਬ ਸੁਰੱਖਿਆ, ਤੇ ਉਹ ਸਮਾਨ ਆਸਾਨੀ ਨਾਲ ਸਾਡੇ ਤੱਕ ਪਹੁੰਚੇ, ਉਹਦੀ ਪ੍ਰੋਪਰ ਉਹਦੀ ਜਿਹੜੀ ਸਿਕਿਉਰਿਟੀ ਆ ਰਸਤੇ 'ਚ ਕਿਤੇ ਹੋਰ ਨਾ ਪਹੁੰਚ ਜਾਏ ਜਾਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਸਕਦੀਆਂ, ਉਹ ਨਾ ਫੇਸ ਕਰਨੀਆਂ ਪੈਣ। ਤੇ ਜਿਹੜਾ ਸਾਡੇ ਤੱਕ ਸਮਾਨ ਪਹੁੰਚਣਾ ਆ ਉਹ ਕਿਸ ਦੀ ਸਹਾਇਤਾ ਨਾਲ, ਮਤਲਬ ਸਾਨੂੰ ਵਿੱਚ ਕਿਹੜੀ ਪਾਰਟੀ ਹੋਰ ਮਿਲਾਉਣੀ ਪੈਣੀ ਆ ਜਿਹਦੀ ਸਹਾਇਤਾ ਨਾਲ ਉਹ ਸਮਾਨ ਸਾਡੇ ਤੱਕ ਪਹੁੰਚੇਗਾ। ਕਿਹੜੇ ਵਿੱਚ ਪਰਸਨ ਸਾਨੂੰ ਇਨਵੋਲਵਡ ਕਰਨੇ ਪੈਣੇ ਆ ਜਿਹੜਾ ਉਹ ਸਮਾਨ ਸਾਡੇ ਤੱਕ ਪਹੁੰਚਾਉਣ ਤੱਕ ਸਾਡੀ ਸਹਾਇਤਾ ਕਰੇ।
ਤੇ ਜਦੋਂ ਅਸੀਂ ਇਹ ਫੈਸਲਾ ਲੈਂਦੇ ਆ ਤਾਂ ਫਿਰ ਜਿਹੜੇ ਮੇਨ ਜਿਹੜੇ ਤਰੀਕੇ ਆ ਜਿਨ੍ਹਾਂ ਦੇ ਥਰੂ ਅਸੀਂ ਆਯਾਤ ਕਰ ਸਕਦੇ ਆ ਉਹ ਅਸੀਂ ਪੜ੍ਹਨੇ ਹੁੰਦੇ ਆ। ਨੰਬਰ 1 ਹੈ ਡਾਇਰੈਕਟ ਇੰਪੋਰਟ। ਜਦੋਂ ਕੋਈ ਦੇਸ਼ ਜਾਂ ਇੱਕ ਵਿਅਕਤੀ ਜਾਂ ਕੋਈ ਸੰਗਠਨ ਕਿਸੇ ਹੋਰ ਦੇਸ਼ ਵਿੱਚੋਂ ਸਿੱਧੇ ਉਤਪਾਦ ਖਰੀਦਦਾ ਤਾਂ ਉਸ ਨੂੰ ਡਾਇਰੈਕਟ ਇੰਪੋਰਟ ਕਹਿੰਦੇ ਆ। ਹੁਣ ਜਦੋਂ ਜਿਵੇਂ ਮੈਂ ਤੁਸੀਂ ਡਾਇਰੈਕਟ ਦੂਸਰੀ ਕੰਟਰੀ ਵਿੱਚ ਡਾਇਰੈਕਟ ਆਰਡਰ ਕਰ ਦਿੱਤਾ ਚੀਜ਼ ਤੇ ਉਹ ਤੁਹਾਡੇ ਤੱਕ ਜਦੋਂ ਪਹੁੰਚਦੀ ਆ ਉਸ ਚੀਜ਼ ਨੂੰ ਅਸੀਂ ਡਾਇਰੈਕਟ ਇੰਪੋਰਟ ਕਹਿੰਦੇ ਆ। ਉਤਪਾਦ ਮਤਲਬ ਪ੍ਰੋਡਕਟ, ਜਦੋਂ ਅਸੀਂ ਪ੍ਰੋਡਕਟ ਸਿੱਧਾ ਹੀ ਕਿਤੋਂ ਦੂਸਰੇ ਦੇਸ਼ ਤੋਂ ਖਰੀਦ ਲੈਂਦੇ ਆ। ਦੂਸਰਾ ਹੈ ਇੰਡੈਂਟ ਹਾਊਸ। ਇੰਡੈਂਟ ਹਾਊਸ ਉਹ ਵਿਚੋਲੇ ਹੁੰਦੇ ਆ, ਵਿਚੋਲਿਆਂ ਦੁਆਰਾ ਚੀਜ਼ਾਂ ਆਯਾਤ ਕਰਨਾ, ਅਤੇ ਇਹ ਵਿਚੋਲੇ ਇੰਡੈਂਟ ਹਾਊਸ ਪਾਉਂਦੇ ਆ। ਇਹ ਦੋ ਕਿਸਮ ਦੇ ਹੁੰਦੇ ਹਨ, ਵਿਦੇਸ਼ੀ ਉਤਪਾਦਕਾਂ ਜਾਂ ਨਿਰਯਾਤ ਕਰਨ ਵਾਲਿਆਂ ਦੇ ਏਜੰਟ ਹੋ ਸਕਦੇ ਆ, ਜਾਂ ਵਿਦੇਸ਼ੀ ਵਪਾਰ ਵਿੱਚ ਲੱਗੀਆਂ ਸੁਤੰਤਰ ਫਰਮਾਂ ਹੋ ਸਕਦੀਆਂ। ਜਿਹੜੇ ਇੰਡੈਂਟ ਹਾਊਸ ਆ ਉਹ ਕੋਈ ਵਿਦੇਸ਼ੀ ਉਤਪਾਦਕ ਵੀ ਹੋ ਸਕਦੇ ਆ ਜਿਹੜੇ ਪ੍ਰੋਡਕਟ ਪ੍ਰੋਡਿਊਸ ਵੀ ਕਰ ਰਹੇ ਆ ਤੇ ਵੇਚ ਵੀ ਰਹੇ ਆ, ਜਿੱਦਾਂ ਪ੍ਰੋਡਕਸ਼ਨ ਮੈਨੂਫੈਕਚਰਰ ਹੋ ਗਏ। ਤੇ ਕੱਲਾ ਜਿਹੜਾ ਨਿਰਯਾਤ ਹੀ ਕਰ ਰਹੇ ਆ ਉਹ ਵੀ ਹੋ ਸਕਦੇ ਆ। ਏਜੰਟ ਹੋ ਸਕਦੇ ਆ, ਇਹ ਏਜੰਟ ਹੁੰਦੇ ਆ। ਤੇ ਇਹ ਪਰਸਨ ਉਹ ਕੋਈ ਫਰਮਾਂ ਵੀ ਹੋ ਸਕਦੀਆਂ ਆ, ਜ਼ਰੂਰੀ ਨਹੀਂ ਕਿ ਵਿਅਕਤੀ ਹੋਵੇ। ਕਈ ਆਰਗੇਨਾਈਜੇਸ਼ਨ, ਕਈ ਸੁਤੰਤਰ ਫਰਮਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ ਇਹ ਸਪੈਸ਼ਲ ਕੰਮ ਕਰਨ ਲਈ। ਉਹਨਾਂ ਦਾ ਕੰਮ ਹੀ ਇਹ ਆ ਕਿ ਜਿਹੜੀ ਚੀਜ਼ ਕੋਈ ਅਸੀਂ ਖਰੀਦ ਰਹੇ ਆ ਉਹਦੇ ਵਿੱਚ ਆਯਾਤ ਕਰਨ ਵਾਲੇ ਤੇ ਨਿਰਯਾਤ ਕਰਨ ਵਾਲੇ, ਮਤਲਬ ਇੰਪੋਰਟਰ ਤੇ ਐਕਸਪੋਰਟਰ ਦੋਨਾਂ ਨਾਲ ਗੱਲਬਾਤ ਕਰ ਲਈ ਜਾਂਦੀ ਹੈ। ਵਿੱਚ ਵਿਚੋਲਾ ਹੁੰਦੀ ਆ ਉਹ ਫਰਮ, ਤੇ ਉਹਨਾਂ ਕੋਲੋਂ ਚੀਜ਼ ਚੱਕਣੀ ਤੇ ਸਾਡੇ ਤਾਈਂ ਪਹੁੰਚਾਉਣੀ ਉਹਨਾਂ ਦਾ ਕੰਮ ਹੁੰਦਾ ਆ। ਉਹ ਕੋਈ ਮਤਲਬ ਸਪੈਸ਼ਲੀ ਸੁਤੰਤਰ ਫਰਮਾਂ, ਮਤਲਬ ਉਹ ਸਪੈਸ਼ਲ ਇਹੀ ਕੰਮ ਕਰਦੀਆਂ ਆ, ਉਹ ਵੀ ਹੋ ਸਕਦੀਆਂ ਆ। ਉਹਨਾਂ ਨੂੰ ਅਸੀਂ ਇੰਡੈਂਟ ਹਾਊਸ ਕਹਿੰਦੇ ਆ। ਤੀਸਰਾ ਹੈਗਾ ਸਾਡਾ ਇਹਦੇ ਚ ਪੁਆਇੰਟ ਏਜੰਟ। ਏਜੰਟ ਖਾਸ ਤੌਰ ਤੇ ਪੇਸ਼ਾਵਰ ਹੁੰਦੇ ਹਨ ਜੋ ਵਸਤਾਂ ਦੇ ਆਯਾਤ ਨਿਰਯਾਤ ਦੇ ਕੰਮ ਦੀ ਪੂਰੀ ਜਾਣਕਾਰੀ ਰੱਖਦੇ ਹਨ। ਉਹ ਆਪਣੇ ਕੰਮ ਦੇ ਮਾਹਿਰ ਹੁੰਦੇ ਹਨ। ਉਹਨਾਂ ਦੀਆਂ ਮੁੱਖ ਜ਼ਿੰਮੇਵਾਰੀਆਂ ਵਿੱਚ ਵਸਤਾਂ ਦੀ ਸੁਰੱਖਿਆ, ਆਵਾਜਾਈ ਨੂੰ ਯਕੀਨੀ ਬਣਾਉਣਾ, ਗਾਹਕਾਂ ਲਈ ਭੁਗਤਾਨ ਕਰਨਾ ਅਤੇ ਇਕੱਤਰ ਕਰਨਾ, ਅਤੇ ਤੀਸਰੀ ਧਿਰ ਨਾਲ ਸੰਬੰਧ ਕਾਰਜ ਕਰਾਉਣਾ। ਹੁਣ ਜਿਹੜੇ ਏਜੰਟ ਹੁੰਦੇ ਆ ਉਹ ਖਾਸ ਪੇਸ਼ਾਵਰ ਹੁੰਦੇ ਆ, ਮਤਲਬ ਉਹ ਇਸ ਫੀਲਡ ਦੇ ਮਾਹਿਰ ਹੁੰਦੇ ਆ। ਉਹ ਸਿਰਫ ਆਯਾਤ ਨਿਰਯਾਤ ਦਾ ਕੰਮ ਹੀ ਕਰਦੇ ਆ ਤੇ ਉਹਨਾਂ ਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਆ ਕਿ ਕੀ ਇਹਦਾ ਪੇਪਰ ਵਰਕ ਆ, ਮਤਲਬ ਕੀ ਡਾਕੂਮੈਂਟੇਸ਼ਨ ਹੋਣੀ ਆ, ਕਿੱਥੋਂ ਕਿਹੜਾ ਪੇਪਰ ਬਣਨਾ, ਕਿੱਥੇ ਜਾ ਕੇ ਉਹ ਪੇਪਰ ਬਣਾਉਣਾ, ਕਿਵੇਂ ਬਣਾਉਣਾ, ਮਤਲਬ ਉਹਨਾਂ ਨੂੰ ਸਾਰਾ ਪ੍ਰੋਸੀਜਰ, ਸਾਰਾ ਜਿਹੜਾ ਕੰਮ ਉਹ ਕਲੀਅਰ ਹੁੰਦਾ ਆ। ਉਹਨਾਂ ਦੀਆਂ ਮੁੱਖ ਜ਼ਿੰਮੇਵਾਰੀਆਂ ਦੇ ਵਿੱਚ ਇਹੀ ਕੰਮ ਆਉਂਦੇ ਆ ਕਿ ਵਸਤਾਂ ਦੀ ਸੁਰੱਖਿਆ, ਆਵਾਜਾਈ ਨੂੰ ਯਕੀਨੀ ਬਣਾਉਣਾ, ਗਾਹਕਾਂ ਲਈ ਭੁਗਤਾਨ ਕਰਨਾ। ਜਿਵੇਂ ਹੁਣ ਜਿਹੜਾ ਬੰਦਾ ਆਪਾਂ ਖਰੀਦ ਰਹੇ ਆ ਤੇ ਉਹਨਾਂ ਦਾ ਸੰਬੰਧ ਆਯਾਤ ਕਰਨ ਵਾਲੇ ਨਾਲ ਵੀ ਆ ਤੇ ਨਿਰਯਾਤੀ ਮਤਲਬ ਇੰਪੋਰਟਰ ਨਾਲ ਵੀ ਆ, ਐਕਸਪੋਰਟਰ ਨਾਲ ਵੀ ਆ। ਜਿਹੜਾ ਬੰਦਾ ਚੀਜ਼ ਖਰੀਦ ਰਿਹਾ ਆ ਉਹ ਪੈਸੇ ਜਿਹੜੇ ਉਹਨਾਂ ਦਾ ਭੁਗਤਾਨ ਕਰੂਗਾ, ਤੇ ਦੂਸਰਾ ਬੰਦਾ ਜਿਹੜਾ ਵੇਚ ਰਿਹਾ ਆ ਉਹ ਪੈਸੇ ਉਹ ਇਕੱਤਰ ਕਰੂਗਾ। ਇਹ ਵੀ ਉਹ ਖਿਆਲ ਉਹਨਾਂ ਨੇ ਰੱਖਣਾ ਹੁੰਦਾ। ਤੀਸਰੀ ਧਿਰ ਮਤਲਬ ਜਿੱਦਾਂ ਹੁਣ ਕਸਟਮ ਆਫਿਸ ਆ ਜਾਂ ਕਸਟਮ ਕਲੀਅਰੈਂਸ ਦਾ ਕੰਮ ਆ, ਉਹ ਵੀ ਉਹ ਵਿੱਚ ਕਰਵਾ ਕੇ ਉਹਨਾਂ ਦਾ ਦੇਣ ਦਾ ਜਿਹੜਾ ਉਹ ਜ਼ਿੰਮੇਵਾਰੀ ਹੁੰਦੀ ਆ। ਉਹ ਸਾਰੀਆਂ ਜ਼ਿੰਮੇਵਾਰੀਆਂ ਉਸ ਉਹਨਾਂ ਏਜੰਟਸ ਦੀਆਂ ਫਿਕਸਡ ਹੁੰਦੀਆਂ। ਉਹਨਾਂ ਨੇ ਜਿਹੜੇ ਕੰਮ ਕਰਨੇ ਹੁੰਦੇ ਆ ਉਹ ਸਾਨੂੰ ਕੰਮ ਕਰਕੇ ਦੇ ਦਿੰਦੇ ਆ ਤੇ ਆਪਣੇ ਚਾਰਜ ਜਿਹੜੇ ਆ ਉਹ ਕੰਪਨੀਆਂ ਤੋਂ ਲੈ ਲੈਂਦੇ ਆ, ਇੰਪੋਰਟਰ ਐਕਸਪੋਰਟਰ ਤੋਂ। ਆਯਾਤ ਕਰਨ ਲਈ ਵਰਤੇ ਜਾਣ ਵਾਲੇ ਤਰੀਕਿਆਂ ਦੀ ਚੋਣ ਸਮੇਂ ਵਿਚਾਰੇ ਜਾਣ ਵਾਲੇ ਤੱਤ। ਹੁਣ ਜਿਹੜੇ ਮੇਨ ਫੈਕਟਰਸ ਆ, ਜਿਹੜੇ ਜਦੋਂ ਅਸੀਂ ਕੁਝ ਖਰੀਦ ਰਹੇ ਆ ਤਾਂ ਉਸ ਕੰਮ ਦੇ ਵਿੱਚ ਜਦੋਂ ਅਸੀਂ ਜਿਹੜੇ ਤਰੀਕਿਆਂ ਦੀ ਚੋਣ ਕਰਨੀ ਆ ਉਹਦੇ ਵਿੱਚ ਸਾਨੂੰ ਕੀ ਦੇਖਣਾ ਪੈਂਦਾ ਆ। ਆਯਾਤ ਦੇ ਤਰੀਕੇ ਦੀ ਚੋਣ ਕਰਨ ਸਮੇਂ ਸੇਵਾ ਦੀ ਲਾਗਤ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਆ। ਮਤਲਬ ਜਿਹੜਾ ਖਰਚਾ, ਕਾਸਟ, ਜੋ ਉਹਦੇ ਆਯਾਤ ਕਰਨ 'ਚ ਜਿਹੜਾ ਖਰਚਾ ਆਉਣਾ ਉਹਨੂੰ ਵੀ ਧਿਆਨ 'ਚ ਰੱਖਣਾ ਹੁੰਦਾ ਆ। ਇੱਦਾਂ ਨਾ ਹੋਵੇ ਕਿ ਉਹ ਖਰਚਾ ਬਹੁਤ ਜ਼ਿਆਦਾ ਹੋਵੇ, ਜਿੰਨੇ ਦੀ ਅਸੀਂ ਚੀਜ਼ ਖਰੀਦ ਰਹੇ ਆ
ਉਸ ਹਿਸਾਬ ਨਾਲ ਉਹ ਲਾਗਤ ਹੋਣੀ ਚਾਹੀਦੀ ਹੈ। ਇੱਦਾਂ ਉਹ ਲਾਗਤ ਬਹੁਤ ਜ਼ਿਆਦਾ ਹੋਏਗੀ ਤਾਂ ਸਾਨੂੰ ਖਰੀਦਣ ਵਾਲੇ ਨੂੰ ਬਹੁਤ ਘਾਟਾ ਹੋਏਗਾ। ਆਵਾਜਾਈ ਦੇ ਸਾਧਨ ਦੀ ਗਤੀ ਨੂੰ ਧਿਆਨ 'ਚ ਰੱਖਣਾ ਪੈਂਦਾ, ਕਿਉਂਕਿ ਸਮਾਂ ਇੱਕ ਮਹੱਤਵਪੂਰਨ ਤੱਤ ਆ। ਜਿਵੇਂ ਹੁਣ ਸਾਨੂੰ ਸਾਡੀ ਫਰਮ ਦੇ ਵਿੱਚ ਕੋਈ ਆਰਡਰ ਮਿਲਿਆ ਕਿ ਅਸੀਂ ਜਿਵੇਂ ਹੁਣ ਕਰੋਨਾ ਵਾਇਰਸ ਚੱਲ ਰਿਹਾ ਆ, ਡਾਕਟਰਸ ਦੀਆਂ ਯੂਨੀਫਾਰਮ ਕੰਪਨੀਜ਼ ਬਣਾ ਰਹੀਆਂ। ਹੁਣ ਪ੍ਰੋਬਲਮ ਜ਼ਿਆਦਾ ਹੋਈ ਆ। ਸਾਨੂੰ ਕਹਿ ਲਓ ਅਗਸਤ ਤੱਕ ਆਰਡਰ ਜਿਹੜਾ ਮਿਲਿਆ ਆ ਕਿ ਅਗਸਤ 'ਚ ਅਸੀਂ 50 ਜਾਂ 60 ਜਾਂ 500 ਜਾਂ 1000 ਕੁਛ ਵੀ ਗਿਣਤੀ ਹੋ ਸਕਦੀ ਆ ਵੀ 1000 ਡਾਕਟਰਾਂ ਦੀਆਂ ਯੂਨੀਫਾਰਮਸ ਬਣਾ ਕੇ ਦੇਣੀਆਂ। ਤੇ ਜੇ ਅਸੀਂ ਉਹ ਅਗਸਤ ਦੇ ਸਮੇਂ ਤੱਕ ਆਰਡਰ ਆਪਣਾ ਪੂਰਾ ਨਹੀਂ ਕਰਾਂਗੇ ਤੇ ਸਾਨੂੰ ਜਿਹੜਾ ਅਸੀਂ ਉਹ ਸਮਾਨ ਯੂਨੀਫਾਰਮਸ ਬਣਾਉਣ ਲਈ ਅਸੀਂ ਸਮਾਨ ਬਾਹਰਲੀਆਂ ਕੰਟਰੀਆਂ ਤੋਂ ਖਰੀਦ ਰਹੇ ਹਾਂ, ਕਿਤੋਂ ਅਸੀਂ ਸਟੱਫ ਖਰੀਦ ਰਹੇ ਹਾਂ, ਕਿਤੋਂ ਅਸੀਂ ਸਟਿੱਕਰਸ ਖਰੀਦ ਰਹੇ ਹਾਂ, ਕਿਤੋਂ ਅਸੀਂ ਜ਼ਿਪ ਖਰੀਦ ਰਹੇ ਹਾਂ, ਮਤਲਬ ਇੱਦਾਂ। ਤੇ ਉਹ ਜਿਹੜੇ ਪ੍ਰੋਡਕਟ ਅਸੀਂ ਖਰੀਦ ਰਹੇ ਹਾਂ ਜੋ ਸਾਡੇ ਕੋਲ ਸਮੇਂ ਦੇ ਵਿੱਚ ਨਹੀਂ ਪਹੁੰਚਣਗੇ ਤਾਂ ਸਾਡੀ ਪ੍ਰੋਡਕਸ਼ਨ ਜਿਹੜੀ ਉਹ ਟਾਈਮ ਤੇ ਨਹੀਂ ਹੋਏਗੀ। ਇਸ ਲਈ ਇਹ ਗਤੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਕਿ ਸਮਾਂ ਵੱਧ ਨਾ ਲੱਗੇ ਸਾਡੇ ਤੱਕ ਚੀਜ਼ ਪਹੁੰਚਣ ਲਈ। ਆਯਾਤ ਦੇ ਤਰੀਕੇ ਦੀ ਚੋਣ ਸਮੇਂ ਲਚਕਤਾ ਦਾ ਤੱਤ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ, ਕਿਉਂਕਿ ਰੇਲਵੇ, ਪਾਣੀ ਅਤੇ ਹਵਾਈ ਯਾਤਾਯਾਤ ਲਚਕੀਲੇ ਸਾਧਨ ਨਹੀਂ ਹਨ। ਭਾਵ ਜਦੋਂ ਅਸੀਂ ਚੀਜ਼ ਮੰਗਾ ਰਹੇ ਹਾਂ ਤਾਂ ਸਾਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਸਮਾਨ ਸਾਡੇ ਤੱਕ ਟਾਈਮ ਦੇ ਵਿੱਚ ਜਲਦ ਤੋਂ ਜਲਦ ਪਹੁੰਚੇ, ਨਾ ਕਿ ਡਿਲੇ ਹੋਵੇ। ਜਿਵੇਂ ਹੁਣ ਤੁਸੀਂ ਦੇਖਦੇ ਆ ਰੇਲਵੇ ਕਈ ਵਾਰ ਟ੍ਰੇਨ ਆਉਂਦੀਆਂ ਨਹੀਂ, ਕੋਈ ਪ੍ਰੋਬਲਮ ਹੋ ਜਾਂਦੀ ਆ, ਹਵਾਈ ਰਸਤੇ ਆ ਰਿਹਾ ਜਾਂ ਜਲ ਰਸਤੇ ਆ ਰਿਹਾ, ਤਾਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਸਕਦੀਆਂ ਜਿਹਦੇ ਕਰਕੇ ਸਾਡਾ ਆਰਡਰ ਸਾਨੂੰ ਟਾਈਮ ਤੇ ਨਾ ਪਹੁੰਚੇ। ਇਹ ਪੋਸੀਬਿਲਿਟੀ ਬਹੁਤ ਵਾਰ ਹੋ ਸਕਦੀ ਆ, ਇਸ ਲਈ ਉਹਨਾਂ 'ਚ ਫਲੈਕਸੀਬਿਲਿਟੀ ਦੇਖਣੀ ਸਾਡਾ ਫਰਜ਼ ਆ ਤਾਂ ਕਿ ਸਾਡਾ ਜਿਹੜਾ ਸਮਾਨ ਆ ਸਾਨੂੰ ਟਾਈਮ ਤੇ ਮਿਲ ਸਕੇ। ਵਸਤਾਂ ਦੀ ਸੁਰੱਖਿਆ ਦੀ ਯਾਤਾਯਾਤ ਦੇ ਸਾਧਨਾਂ ਤੇ ਪ੍ਰਭਾਵ ਪਾਉਂਦੀ ਆ। ਜਿਹੜੀ ਵਸਤਾਂ ਦੀ ਸੁਰੱਖਿਆ ਆ ਮਤਲਬ ਉਹਨਾਂ ਦੀ ਟੁੱਟ ਭੱਜ ਨਾ ਹੋਵੇ ਜਾਂ ਉਹ ਕਿਸੇ ਹੋਰ ਤਰੀਕੇ ਨਾਲ ਜਾਂ ਗਲਤ ਤਰੀਕੇ 'ਚ ਨਾਲ ਸਾਡੇ ਤਾਈਂ ਪਹੁੰਚੇ ਜਾਂ ਕੋਈ ਪ੍ਰੋਬਲਮ ਹੋਵੇ, ਇਸ ਲਈ ਸੁਰੱਖਿਆ ਸਿਕਿਉਰਿਟੀ ਫੈਕਟਰ ਬਹੁਤ ਜਿਹੜਾ ਉਹ ਕਾਊਂਟ ਹੁੰਦਾ ਆ। ਤੇ ਵਸਤਾਂ ਦੀ ਕਿਸਮ ਵੀ ਧਿਆਨ 'ਚ ਰੱਖ ਕੇ ਯਾਤਾਯਾਤ ਦੇ ਸਾਧਨਾਂ ਦੀ ਚੋਣ ਕੀਤੀ ਜਾਂਦੀ ਆ ਕਿ ਹੁਣ ਜਿਹੜੀ ਚੀਜ਼ ਆ ਉਹਦਾ ਸਾਈਜ਼ ਕੀ ਆ, ਕਿੰਨਾ ਵੀ ਉਹ ਕੰਟੇਨਰਾਂ 'ਚ ਕਿਸ ਤਰੀਕੇ ਪੂਰੀ ਆ ਸਕਦੀ, ਕਿਸ ਸਾਈਜ਼ ਦੇ ਕੰਟੇਨਰ ਉਹਦੇ ਲਈ ਵਰਤੇ ਜਾਣਗੇ, ਕਿ ਉਹ ਸ਼ਿਪ ਤੇ ਸਹੀ ਤਰੀਕੇ ਆਏਗੀ ਜਾਂ ਉਹ ਲੈਂਡ ਰੋਡ ਤੇ ਮਤਲਬ ਰਸਤੇ ਸਹੀ ਸਾਡੇ ਤੱਕ ਪਹੁੰਚ ਪਾਏਗੀ। ਇਹ ਸਾਰਾ ਉਹਦੇ ਸਾਈਜ਼ ਤੇ ਡਿਪੈਂਡ ਕਰਦਾ। ਹੁਣ ਜੇ ਸਾਡਾ ਜੋ ਅਸੀਂ ਪ੍ਰੋਡਕਟ ਮੰਗਾਏ ਆ ਉਹਦੀ ਪੈਕਿੰਗ ਬਹੁਤ ਵੱਡੀ ਆ ਤੇ ਉਹ ਟਰੱਕ ਤੇ ਨਹੀਂ ਆ ਸਕਦੀ ਜਾਂ ਲੈਂਡ ਦੇ ਮਤਲਬ ਉਹ ਸ਼ਿਪ ਤੇ ਹੀ ਆ ਸਕਦੀ ਆ, ਤੇ ਕਹਿਣ ਦਾ ਭਾਵ ਹੈ ਤਾਂ ਫਿਰ ਉਹ ਸ਼ਿਪ ਤੇ ਹੀ ਅਸੀਂ ਮੰਗਵਾ ਸਕਦੇ ਹਾਂ, ਜਾਂ ਕੁਝ ਚੀਜ਼ਾਂ ਆ ਉਹ ਹਵਾਈ ਰਸਤੇ ਹੀ ਆ ਸਕਦੀਆਂ ਜੇ ਸਾਨੂੰ ਜਲਦੀ ਚਾਹੀਦੀਆਂ, ਫਾਸਟ ਜਾਂ ਮਹਿੰਗੀ ਚੀਜ਼। ਜਦੋਂ ਅਸੀਂ ਜਿਹੜੀ ਸ਼ਿਪ ਦੇ ਥਰੂ ਆਉਂਦੀ ਹੈ ਔਰ ਜਿਹੜੀ ਹਵਾਈ ਰਸਤੇ ਆਉਂਦੀ ਹੈ ਉਹਨਾਂ ਦੇ ਖਰਚੇ 'ਚ ਵੀ ਬਹੁਤ ਡਿਫਰੈਂਸ ਹੁੰਦਾ। ਜਿਵੇਂ ਜਿਹੜੀ ਸ਼ਿਪ ਦੇ ਥਰੂ ਆਉਂਦੀ ਹੈ ਉਹ ਥੋੜ੍ਹਾ ਸਾਨੂੰ ਸਸਤਾ ਪੈਂਦਾ ਹੈ ਤੇ ਜਿਹੜੀ ਹਵਾਈ ਰਸਤੇ ਆਉਂਦੀ ਥੋੜ੍ਹੀ ਮਹਿੰਗੀ ਪੈਂਦੀ ਹੈ। ਇਸ ਲਈ ਇਹ ਸਾਰਾ ਕੁਝ ਅਸੀਂ ਆਯਾਤ ਕਰਨ ਵਾਲਾ ਜਿਹੜਾ ਪਰਸਨ ਆ ਉਹਨੇ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਕਿ ਉਹਨੂੰ ਸਮੇਂ ਤੇ ਸਸਤੇ 'ਚ ਤੇ ਆਸਾਨੀ ਨਾਲ ਚੀਜ਼ ਮਿਲ ਰਹੀ ਆ, ਪਹੁੰਚ ਰਹੀ ਆ। ਤੇ ਇੱਥੇ ਤੱਕ ਤੁਹਾਡਾ ਜਿਹੜਾ ਇਹ ਸਾਰਾ ਟੌਪਿਕ ਉਹ ਪੂਰਾ ਹੁੰਦਾ। ਤੁਸੀਂ ਸਾਰੇ ਬੱਚਿਆਂ ਨੇ ਇਹਦੇ ਵਿੱਚ ਮੈਂ ਮੈਕਸਿਮਮ ਸਭ ਕੁਝ ਲਿਖਿਆ ਹੈ, ਤੁਹਾਨੂੰ ਮਤਲਬ ਹੋਰ ਕੋਈ ਚੀਜ਼ ਫੋਲੋ ਕਰਨ ਦੀ ਜ਼ਰੂਰਤ ਨਹੀਂ ਆ। ਤੁਸੀਂ ਐਜ਼ ਇਟ ਇਜ਼ ਕਾਪੀ 'ਚ ਲਿਖ ਸਕਦੇ ਆ। ਮੈਂ ਇਸ ਲਈ ਇਹਨਾਂ ਸਲਾਈਡਸ ਵਿੱਚ ਪੂਰਾ ਲਿਖਦੀ ਆ ਤਾਂ ਜੋ ਤੁਹਾਨੂੰ ਸਮਝਣ। ਕਈ ਵਾਰ ਟੀਚਰ ਦਾ ਬੋਲਿਆ ਸਮਝ ਨਹੀਂ ਆਉਂਦਾ, ਤੁਸੀਂ ਸਕਰੀਨ ਤੋਂ ਪੜ੍ਹ ਕੇ ਸਮਝ ਸਕਦੇ ਆ, ਤੇ ਇਸ ਲਈ ਮੈਂ ਇਹ ਸਾਰਾ ਲਿਖਦੀ ਆ, ਤੁਸੀਂ ਕਾਪੀ ਤੇ ਐਜ਼ ਇਟ ਇਜ਼ ਕਰ ਸਕਦੇ ਆ। ਆਸ ਕਰਦੀ ਹਾਂ ਤੁਹਾਨੂੰ ਅੱਜ ਦੀ ਜਿਹੜੀ ਮੇਰੀ ਪ੍ਰੈਜੈਂਟੇਸ਼ਨ ਹੈ ਉਹ ਬਿਲਕੁਲ ਅੱਛੇ ਤਰੀਕੇ ਸਮਝ ਆਈ ਹੋਏਗੀ। ਬੇਟਾ ਤੁਸੀਂ ਆਪਣੀਆਂ ਕਾਪੀਜ਼ ਦੇ ਵਿੱਚ ਇਹ ਟੌਪਿਕ ਨੋਟ ਡਾਊਨ ਕਰ ਲੈਣਾ, ਅੱਛੇ ਤਰੀਕੇ ਇਹਨੂੰ ਯਾਦ ਕਰ ਲੈਣਾ, ਤੇ ਆਸ ਕਰਦੀ ਹਾਂ ਵਧੀਆ ਸਮਝ ਆਇਆ ਹੋਏਗਾ। ਤੇ ਤੰਦਰੁਸਤ ਰਹੋ, ਖੁਸ਼ ਰਹੋ ਤੇ ਹੱਸਦੇ ਰਹੋ। ਧੰਨਵਾਦ।